ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਮੋਹਿਤ ਰੂਬਲ। ਮੈਂ ਹਾਂ ਬਰਨ ਕੌਰ ਮਾਨ। ਤੇ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਸਾਡੇ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਅਖਬਾਰਨਾਮਾ। ਬਰਨ, ਅੱਜ 26ਵਾਂ ਦਿਨ ਹੈ ਕਿਸਾਨੀ ਸੰਘਰਸ਼ ਦਾ, ਜੋ ਕਿ ਕਿਸਾਨੀ ਸੰਘਰਸ਼ ਤੋਂ ਹੁਣ ਲੋਕ ਸੰਘਰਸ਼ ਬਣ ਚੁੱਕਾ ਹੈ। 26ਵਾਂ ਦਿਨ ਤੇ ਇੰਨੀ ਠੰਡ ਦੇ ਵਿੱਚ ਜਿਹੜੇ ਕਿਸਾਨ ਸਾਡੇ ਬੈਠੇ ਹੋਏ ਨੇ, ਤੇ ਕੇਂਦਰ ਸਰਕਾਰ ਹੱਲੇ ਵੀ ਪਲਾਨ ਕਰ ਰਹੀ ਹੈ ਕਿ ਹਾਂ ਵੀ ਇਹਨਾਂ ਨੇ ਇੱਕ ਹੋਰ ਗੇੜ ਦੀ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਵੇ ਤਾਂ ਜੋ ਕੋਈ ਹੱਲ ਕੱਢਿਆ ਜਾਵੇ। ਪਰ ਇਸ ਵਿੱਚ ਕਿਸਾਨਾਂ ਨੇ ਸਾਫ਼ ਮਨਾ ਕਰ ਦਿੱਤਾ ਕਿ ਹਾਂ ਵੀ ਅਸੀਂ ਹੁਣ ਕੋਈ ਵੀ ਜਿਹੜੀ ਮੀਟਿੰਗ ਹੈ ਨਹੀਂ ਕਰਾਂਗੇ, ਕਿਉਂਕਿ ਪਿਛਲੀਆਂ 5 ਮੀਟਿੰਗਾਂ ਦੀ ਜੇਕਰ ਗੱਲ ਕਰੀਏ ਤਾਂ ਕੋਈ ਵੀ ਸਿੱਟਾ ਜਿਹੜਾ ਹੈ ਨਹੀਂ ਨਿਕਲਿਆ। ਸੋ ਕਿਸਾਨਾਂ ਦੀ ਇੱਕੋ ਹੀ ਆਵਾਜ਼ ਹੈ, ਹਾਂ ਜਾਂ ਨਾ। ਜੀ ਬਿਲਕੁਲ, ਅੱਜ ਸਿੰਘੂ ਬਾਰਡਰ ਦੇ ਉੱਤੇ ਸਰਕਾਰ ਵੱਲੋਂ ਸੱਦਾ ਪੱਤਰ ਦਿੱਤਾ ਗਿਆ ਸੀਗਾ ਕਿਸਾਨਾਂ ਨੂੰ ਕਿ ਅੱਜ ਉਹ ਬਾਰਡਰ ਤੇ ਆ ਕੇ ਉਹਨਾਂ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਹਨ ਔਰ ਇਸ ਗੱਲਬਾਤ ਦਾ ਸਿੱਟਾ ਕੱਢਣ ਨੂੰ ਤਿਆਰ ਨੇ, ਜਿਹੜਾ ਸੰਘਰਸ਼ ਇੰਨੇ ਦਿਨਾਂ ਤੋਂ ਚੱਲ ਰਿਹਾ ਹੈ। ਪਰ ਕਿਸਾਨਾਂ ਨੇ ਇਸ ਮੀਟਿੰਗ ਦੇ ਲਈ ਸਾਫ਼ ਤੌਰ ਤੇ ਮਨਾ ਕਰ ਦਿੱਤਾ ਔਰ ਉਹਨਾਂ ਨੇ ਆਪਣੀ ਭੁੱਖ ਹੜਤਾਲ ਨੂੰ ਜਾਰੀ ਰੱਖਿਆ ਤੇ ਹਰ ਟੋਲ ਪਲਾਜ਼ਾ ਦੇ ਉੱਤੇ ਉਹਨਾਂ ਨੇ ਕਿਹਾ ਕਿ ਕਿੰਨੇ ਕਿਸਾਨ ਜਿਹੜੇ ਆ ਭੁੱਖ ਹੜਤਾਲ ਕਰਨਗੇ ਔਰ 24 ਘੰਟਿਆਂ ਦੀ ਭੁੱਖ ਹੜਤਾਲ ਕੀਤੀ ਹੈ। ਪਰ ਇੱਥੇ ਨਾ ਮੋਹਿਤ, ਮੇਰੇ ਦਿਲ 'ਚ ਇੱਕ ਗੱਲ ਆਉਂਦੀ ਹੈ ਕਿ ਅਸੀਂ ਕਿਉਂ ਭੁੱਖੇ ਰਹੀਏ ਉਹਨਾਂ ਕਰਕੇ। ਉਹ ਕਿਹੜਾ ਭੁੱਖੇ ਸੌਂਦੇ ਆ ਰਾਤਾਂ ਨੂੰ? ਸਾਡੇ ਕਿਸਾਨ ਭੁੱਖੇ ਕਿਉਂ ਸੌਣ? ਮੈਂ ਤਾਂ ਕਹਿੰਦੀ ਹਾਂ ਰੱਜ ਕੇ ਖਾਣ ਤਾਂ ਜੋ ਇਹਨਾਂ 'ਚ ਤਾਕਤ ਆਵੇ, ਇਦਾਂ ਦੀਆਂ ਮਾੜੀਆਂ ਸਰਕਾਰਾਂ ਦੇ ਨਾਲ ਲੜਨ, ਇਨਸਾਫ ਦਿਵਾਰੇ ਨੇ। ਇਹ ਭੁੱਖੇ ਨਾ ਰਹਿਣ। ਮੇਰਾ ਦਿਲ ਬਹੁਤ ਦੁਖਦਾ ਹੈ ਜਦੋਂ ਇਹ ਭੁੱਖੇ ਰਹਿੰਦੇ ਆ। ਵੈਸੇ ਪਰ ਹੁੰਦਾ ਕੀ ਐਕਚੁਅਲੀ ਕਿ ਜਦੋਂ ਡੈਮੋਕ੍ਰੇਸੀ ਦੇ ਵਿੱਚ ਜਦੋਂ ਆਪਣੀ ਆਵਾਜ਼ ਚੁੱਕਣੀ ਪੈਂਦੀ ਹੈ ਤਾਂ ਅਲੱਗ-ਅਲੱਗ ਤਰ੍ਹਾਂ ਦੇ ਮੁਜ਼ਾਹਰੇ ਕੀਤੇ ਜਾਂਦੇ ਨੇ, ਰੋਸ ਪ੍ਰਦਰਸ਼ਨ ਕੀਤੇ ਜਾਂਦੇ ਨੇ। ਸੋ ਅਸੀਂ ਕਹਿ ਸਕਦੇ ਕਿ ਇਹ ਇੱਕ ਉਹਦਾ ਹੀ ਅੰਗ ਹੈ, ਉਹਦਾ ਹੀ ਹਿੱਸਾ ਹੈ। ਤਾਂ ਹੀ ਜਿਹੜੇ ਅੱਜ ਕਿਸਾਨ ਨੇ 24 ਘੰਟਿਆਂ ਦੀ ਜਿਹੜੀ ਭੁੱਖ ਹੜਤਾਲ ਉੱਤੇ ਬੈਠੇ ਨੇ। ਸੋ ਪਰ ਇੱਥੇ ਗੱਲ ਕਰੀਏ ਤਾਂ ਜਿਹੜੇ ਕਿਸਾਨ ਨੇ, ਕਿਸਾਨਾਂ ਨੇ ਜਿਹੜਾ ਆਪਣੀ ਜਿਹੜੀ ਮੀਟਿੰਗ ਹੈ ਉਸ ਤੇ ਜਾਣ ਨੂੰ ਮਨਾ ਕਰ ਦਿੱਤਾ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ, ਜੋ ਕਿ ਹਾਲੇ ਤੱਕ ਖੁੱਲ੍ਹ ਕੇ ਇੱਕ ਵਾਰੀ ਵੀ ਇਸ ਮੁੱਦੇ ਦੇ ਉੱਪਰ ਸਾਹਮਣੇ ਨਹੀਂ ਆਏ, ਹਾਲਾਂਕਿ ਹਰ ਮਹੀਨੇ ਦੇ ਆਖਰੀ ਸੰਡੇ ਨੂੰ ਆਪਣੀ ਮਨ ਕੀ ਬਾਤ ਜਿਹੜੀ ਹੈ ਉਹ ਜ਼ਰੂਰ ਕਰਦੇ ਨੇ ਐਂਡ ਆਪਣੀ ਬਾਕੀ ਮਨ ਦੀ ਗੱਲਾਂ ਹੀ ਕਰਦੇ ਨੇ, ਕੁਛ ਹੋਰ ਦੀ ਗੱਲ ਸੁਣਦੇ ਨਹੀਂ। ਸੋ ਉੱਥੇ ਇਸ ਵਾਰੀ ਕਿਸਾਨਾਂ ਨੇ ਕੀ ਕਿਹਾ ਹੈ ਕਿ ਹਾਂ ਵੀ ਜਿਵੇਂ ਇਹਨਾਂ ਨੇ ਕਰੋਨਾ ਕਾਲ ਦੇ ਸਮੇਂ ਜਦੋਂ ਪੂਰੇ ਦੇਸ਼ ਨੂੰ ਕਿਹਾ ਸੀਗਾ ਕਿ ਹਾਂ ਵੀ ਅਸੀਂ ਕਰੋਨਾ ਨੂੰ ਭਜਾਉਣ ਦੇ ਲਈ ਜਿਹੜੀ ਥਾਲੀ ਹੈ ਤਾਲੀ ਵਜਾਵਾਂਗੇ, ਸੋ ਕਿਸਾਨਾਂ ਨੇ ਕਿਹਾ ਕਿ ਹਾਂ ਵੀ ਅਸੀਂ ਵੀ ਇਸ ਸੰਡੇ ਜਦੋਂ ਆਪਣੀ ਮਨ ਕੀ ਬਾਤ ਰੱਖਣਗੇ ਤਾਂ ਉਦੋਂ ਅਸੀਂ ਵੀ ਜਿਹੜੀ ਤਾਲੀ ਹੈ ਥਾਲੀ ਵਜਾਵਾਂਗੇ ਤਾਂ ਜੋ ਜਿਹੜੀਆਂ ਬਹਿਰੀਆਂ ਸਰਕਾਰਾਂ ਨੇ ਜਿਨ੍ਹਾਂ ਨੂੰ ਕਿਸਾਨਾਂ ਦੀ ਆਵਾਜ਼ ਨਹੀਂ ਸੁਣ ਰਹੀ, ਉਹਨਾਂ ਨੂੰ ਆਵਾਜ਼ ਸੁਣੇ। ਕਹਿੰਦੇ ਟਿਟ ਫॉर ਟੈਟ। ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਕਰੋਨਾ ਹੈ ਤਾੜੀਆਂ ਤੇ ਥਾਲੀਆਂ ਵਜਾਉਣ ਨਾਲ ਦੂਰ ਹੋ ਜਾਏਗਾ। ਉਸ ਤਰੀਕੇ ਦੇ ਨਾਲ ਹੁਣ ਆਵਾਮ ਨੇ ਵੀ ਉਹਨਾਂ ਦੀ ਆਵਾਜ਼ ਦੀ ਚੱਕੀ ਹੈ, ਸੇਮ ਉਹੀ ਚੀਜ਼ ਨੂੰ ਫੋਲੋ ਕੀਤਾ ਹੈ ਜੋ ਆਪ ਨਰਿੰਦਰ ਮੋਦੀ ਹੋਣੀ ਕਹਿੰਦੇ ਨੇ ਦੂਸਰਿਆਂ ਨੂੰ ਕਰਨ ਨੂੰ, ਕਿ ਅਸੀਂ ਜਦੋਂ ਜਿੰਨੀ ਦੇਰ ਤੱਕ ਉਹਨਾਂ ਦੀ ਮਨ ਕੀ ਬਾਤ ਚੱਲਦੀ ਰਹੇਗੀ, ਕਿਸਾਨਾਂ ਨੇ ਐਲਾਨ ਕੀਤਾ ਕਿ ਉਨੀ ਦੇਰ, ਮਤਲਬ ਪੂਰਾ ਘੰਟਾ ਪੌਣਾ ਘੰਟਾ ਹੈ ਨਾ, ਉਹਨਾਂ ਨੇ ਬਾਰ-ਬਾਰ ਥਾਲੀਆਂ ਤੇ ਤਾੜੀਆਂ ਨੂੰ ਵਜਾਉਣ ਦੀ ਗੱਲ ਕਹੀ ਹੈ, ਜੋ ਕਿ ਜ਼ਰੂਰੀ ਵੀ ਹੈ। ਟਿਟ ਫॉर ਟੈਟ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ, ਉਹਨਾਂ ਨੂੰ ਹੋਰ ਕੋਈ ਭਾਸ਼ਾ ਸਮਝ ਨਹੀਂ ਆਉਂਦੀ, ਹੋ ਸਕਦਾ ਥਾਲੀਆਂ ਵਜਾ ਕੇ ਉਹਨਾਂ ਨੂੰ ਸੁਣਦਾ ਤੇ ਉਹਨਾਂ ਨੂੰ ਸੁਣਾ ਦਿੱਤਾ ਜਾਣਾ ਚਾਹੀਦਾ ਹੈ। ਪਰ ਇਹ ਸਭ ਜਿਹੜੇ ਟੋਟਕੇ ਹੀ ਲਗਾ ਰਹੀ ਹੈ ਸਰਕਾਰ, ਅਸਲ ਦੇ ਵਿੱਚ ਨਾ ਉਹ ਵੀ ਉਹ ਨੇ ਕਿ ਕਹਿੰਦੇ ਕਿਸੇ ਦੇ ਗਲ 'ਚ ਸੱਪ ਪੈ ਜਾਣਾ, ਉਹ ਵਾਲਾ ਹਿਸਾਬ ਹੋਇਆ ਪਿਆ ਹੈ ਕਿ ਹੁਣ ਅਡਾਨੀਆਂ ਦੀ ਸੁਣਨ ਕਿ ਅਬਾਨੀਆਂ ਦੀ ਸੁਣਨ ਕਿ ਜਾਂ ਫਿਰ ਆਵਾਮ ਦੀ ਸੁਣਨ। ਮੇਰੇ ਤਾਂ ਹਿਸਾਬ ਨਾਲ ਕਹਿੰਦੀ ਹੈ ਇਹੋ ਜਿਹੇ ਪ੍ਰਧਾਨ ਮੰਤਰੀ ਤੋਂ ਤਾਂ ਅਸਤੀਫੇ ਦੀ ਮੰਗ ਕਰਨੀ ਚਾਹੀਦੀ ਹੈ, ਜਿਸ ਨੂੰ ਆਪਣੀ ਆਵਾਮ ਤੋਂ ਪਹਿਲਾਂ ਦੂਸਰੀਆਂ ਪ੍ਰਾਈਵੇਟ ਕੰਪਨੀਆਂ ਪਿਆਰੀਆਂ ਨੇ ਜੀ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਕਿ ਹਾਂ ਬਈ ਪਰਸੋਂ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਸੀਗਾ, ਉੱਥੇ ਜਦੋਂ ਸਾਰਾ ਜਿਹੜਾ ਕਿਸਾਨ ਸਾਡਾ ਜਿਹੜਾ ਸਮੂਹ ਹੈ, ਭਾਈਚਾਰਾ ਹੈ, ਹੋਰ ਵੀ ਪੰਜਾਬੀ ਭਾਈਚਾਰਾ ਹੈ, ਉੱਥੇ ਧਰਨੇ ਉੱਤੇ ਬੈਠਾ ਹੋਇਆ ਸੀਗਾ। ਉੱਥੇ ਮੋਦੀ ਜੀ ਦਿੱਲੀ ਆਉਂਦੇ ਨੇ, ਉੱਥੇ ਸਾਡੇ ਜਿਹੜੇ ਨਾਲ ਰਕਾਬਗੰਜ ਜਿਹੜਾ ਗੁਰਦੁਆਰਾ ਸਾਹਿਬ, ਉੱਥੇ ਜਾ ਕੇ ਨਤਮਸਤਕ ਹੁੰਦੇ ਨੇ, ਮੱਥਾ ਟੇਕਦੇ ਨੇ। ਪਰ ਉਹਨਾਂ ਦੀ ਇੰਨੀ ਹਿੰਮਤ ਨਹੀਂ ਹੁੰਦੀ ਕਿ ਜਿੱਥੇ ਸਾਡੇ ਲੱਖਾਂ ਜਿਹੜੇ ਕਿਸਾਨ ਨੇ, ਪੰਜਾਬੀ ਨੇ, ਉੱਥੇ ਧਰਨੇ ਤੇ ਬੈਠੇ ਨੇ, ਅਸੀਂ ਉਹਨਾਂ ਕੋਲ ਜਾ ਸਕੀਏ। ਅੱਛਾ ਜੀ, ਮੀਡੀਆ ਨੇ ਫਿਰ ਜੀ ਜਿਹੜਾ ਇੱਕ ਤਬਕਾ ਮੀਡੀਆ ਦਾ ਨਾ, ਉਹ ਬੜਾ ਜੀ ਫਿਰ ਉਹਨਾਂ ਦੀ ਵਾਹ-ਵਾਹ ਕਰਨੀ ਸ਼ੁਰੂ ਕਰ ਦਿੰਦਾ ਕਿ ਹਾਂ ਜੀ ਮੋਦੀ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ, ਇਹ ਕੀਤਾ ਉਹ ਕੀਤਾ, ਬਿਨਾਂ ਕਿਸੇ ਨੂੰ ਐਂਡ ਈਵਨ ਟ੍ਰੈਫਿਕ ਜਿਹੜਾ ਉੱਥੇ ਨੋਰਮਲ ਜਿਹੜਾ ਉੱਥੇ ਲੋਕੀ ਜਿਹੜੇ ਉੱਥੇ ਆਉਂਦੇ ਨੇ ਉਹਨਾਂ ਵਿੱਚ ਘਰ ਮੱਥਾ ਟੇਕਿਆ। ਕੋਈ ਸਪੈਸ਼ਲ VIP ਜਿਹੜਾ ਟ੍ਰੀਟਮੈਂਟ ਸੀਗਾ ਉਹ ਨਹੀਂ ਕੀਤਾ ਗਿਆ। ਬੰਦਾ ਪੁੱਛੇ ਕਿ ਤੁਹਾਨੂੰ ਵੀ ਤਾਂ ਇਤਲਾਹ ਮਿਲੀ ਹੈ, ਤੁਸੀਂ ਪੂਰੇ ਆਪਣੇ ਕੈਮਰੇ ਲੈ ਕੇ ਪੁੱਜੇ ਹੋ, ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਹਾਂ ਬਈ ਉਹਨਾਂ ਨੂੰ ਕਿਸੇ ਨੇ ਦੱਸਿਆ ਨਹੀਂ, ਇਹ ਆ ਉਹ ਆ? ਬੇਸਿਕਲੀ ਇਹ ਪਬਲਿਕ ਰਿਲੇਸ਼ਨ ਦਾ ਜਿਹੜਾ ਕੰਮ ਆ, PR ਦਾ ਕੰਮ ਹੈ। ਐਂਡ ਜਿਹੜੀ ਮੋਦੀ ਦੀ ਟੀਮ ਹੈ ਉਹ ਬੜੀ ਬਾਖੂਬੀ ਕਰਦੀ ਹੈ। ਜਿੱਥੇ ਉਹਨਾਂ ਨੂੰ ਅੰਦੋਲਨ ਦਾ ਹਿੱਸਾ ਬਣਿਆ ਹੋਣਾ ਚਾਹੀਦਾ ਸੀਗਾ ਜਾਂ ਫਿਰ ਉਹਨਾਂ ਦੀ ਗੱਲ ਸੁਣਦੇ ਦਿੱਲੀ ਤੱਕ ਗਏ ਨੇ, ਪਰ ਫਿਰ ਵੀ ਉਹ ਸਿਰਫ ਇੱਕ ਮੀਡੀਆ ਨੂੰ
ਨੂੰ ਤੇ ਇੱਕ ਕੁਝ ਤਬਕੇ ਨੂੰ ਖੁਸ਼ ਕਰਨ ਦੇ ਲਈ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦੇ ਨੇ। ਜਿਹੜਾ ਨੈਸ਼ਨਲ ਮੀਡੀਆ ਉਹਨੇ ਆਪਣੇ ਹਾਲਾਤ ਖੁਦ ਕੀਤੇ ਹੈ। ਤੁਹਾਨੂੰ ਪਤਾ ਹੈ ਕਿਸਾਨ ਅੰਦੋਲਨ ਦੇ ਦੌਰਾਨ ਜਦੋਂ ਕੋਈ ਉਹ ਚੈਨਲਾਂ ਵਾਲੇ ਲੋਕ ਪਹੁੰਚਦੇ ਨੇ ਜੋ ਕਿਸਾਨਾਂ ਦੇ ਲਈ ਗਲਤ ਸ਼ਬਦਾਂ ਦਾ ਪ੍ਰਯੋਗ ਕਰਦੇ ਹਨ ਤਾਂ ਉਦੋਂ ਉੱਥੇ ਹੁਣ ਕਿਸਾਨ ਉਹਨਾਂ ਨੂੰ ਕਿੰਨਾ ਠੋਕਵਾਂ ਜਵਾਬ ਦਿੰਦੇ ਨੇ। ਗੱਲ ਕੀਤੀ ਹੈ ਤੁਸੀਂ ਕਿ ਨਰਿੰਦਰ ਮੋਦੀ ਹੁਣੀ ਰਕਾਬਗੰਜ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦੇ ਹਨ। ਦੇਖੋ ਗੁਰਦੁਆਰਾ ਸਾਹਿਬ ਸਾਰੇ ਧਰਮਾਂ ਲਈ ਬਰਾਬਰ ਖੁੱਲ੍ਹਾ ਹੈ, 24 ਘੰਟੇ ਉੱਥੇ ਜਿਹੜਾ ਮਰਜ਼ੀ ਆਵੇ ਹਨਾ ਰਵੇ ਪ੍ਰਸ਼ਾਦਾ ਛਕੇ। ਗੁਰੂ ਸਾਹਿਬਾਨਾਂ ਨੇ ਸਾਰਿਆਂ ਨੂੰ ਇੱਕ ਬਰਾਬਰ ਦੱਸਿਆ ਹੈ। ਪਰ ਗੁਰੂ ਨਾਨਕ ਸਾਹਿਬ ਨੇ ਉਦੋਂ ਬਾਬਰ ਦੇ ਸਮੇਂ ਬਾਬਰ ਨੂੰ ਕਿੰਨੇ ਕੜੇ ਸ਼ਬਦਾਂ ਦੇ ਵਿੱਚ ਨਿੰਦਿਆ ਸੀ। ਜਿਹੜੇ ਸਾਡੇ ਉਸ ਸਮੇਂ ਦੇ ਹਾਕਮ ਹੁੰਦੇ ਨੇ ਜਦੋਂ ਜ਼ਾਲਮ ਬਣ ਜਾਂਦੇ ਨੇ ਤਾਂ ਫਿਰ ਉਦੋਂ ਜਿਹੜੀ ਕਲਮ ਉੱਠਦੀ ਹੈ ਉਦੋਂ ਧਾਰਮਿਕ ਜਿਹੜਾ ਪੱਖ ਹੈ ਉਹ ਵੀ ਉਹਨਾਂ ਦਾ ਵਿਰੋਧ ਕਰਦਾ ਹੈ, ਕਿਉਂਕਿ ਸਾਡਾ ਧਰਮ ਹੀ ਸਾਨੂੰ ਸਿਖਾਉਂਦਾ ਹੈ ਕਿ ਜ਼ੁਲਮ ਨੂੰ ਤੁਸੀਂ ਸਹਿਣਾ ਨਹੀਂ ਹੈ। ਛੇਵੇਂ ਪਾਤਸ਼ਾਹ ਨੇ 2 ਤਲਵਾਰਾਂ ਧਾਰੀਆਂ ਸੀ, ਮੀਰੀ ਤੇ ਪੀਰੀ ਦੀਆਂ, ਇਸੇ ਲਈ ਕਿ ਅਸੀਂ ਇਹਨਾਂ ਜ਼ੁਲਮਾਂ ਨੂੰ ਨਹੀਂ ਸਹਿਣਾ, ਸ਼ਾਂਤੀ ਵੀ ਬਣਾਈ ਰੱਖਣੀ ਹੈ ਤੇ ਅਹਿੰਸਾ ਦਾ ਵਿਰੋਧ ਵੀ ਕਰਨਾ ਹੈ। ਹੁਣ ਮੈਨੂੰ ਇਹ ਲੱਗਦਾ ਹੈ ਕਿ ਇੱਥੇ ਨਰਿੰਦਰ ਮੋਦੀ ਨੇ ਸਿੱਧਾ ਤੇ ਸਿੱਧਾ ਧਾਰਮਿਕ ਕਾਰਡ ਪਲੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਉਂਕਿ ਜਨਤਾ ਜਿਹੜੀ ਹੁੰਦੀ ਹੈ, ਲੋਕ ਹੁੰਦੇ ਨੇ, ਹਰ ਕਿਸੇ ਨੂੰ, ਆਪਾਂ ਨੂੰ ਵੀ ਆਪਣੇ ਧਰਮ ਨਾਲ ਪਿਆਰ ਹੈ, ਤੁਹਾਨੂੰ ਵੀ ਪਿਆਰ ਹੈ, ਹੋਣਾ ਵੀ ਚਾਹੀਦਾ, ਬਹੁਤ ਜ਼ਰੂਰੀ ਹੈ ਆਪਣੇ ਧਰਮ ਨਾਲ ਪਿਆਰ ਕਰਨਾ, ਪਰ ਉਸ ਨੂੰ ਰਾਜਨੀਤਿਕ ਰੂਪ ਦੇ ਦੇਣਾ ਇਹ ਗਲਤ ਹੈ। ਔਰ ਸ਼ੁਰੂ ਤੋਂ ਹੀ ਹੁੰਦਾ ਰਿਹਾ ਹੈ ਕਿ ਜਦੋਂ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਲੱਗਿਆ ਕਿ ਸਥਿਤੀ ਵਿਗੜ ਰਹੀ ਹੈ ਤੇ ਉਹਨੂੰ ਧਾਰਮਿਕ ਬਣਾ ਦਿਓ ਜਾਂ ਉਹਨੂੰ ਜਾਤ ਪਾਤ 'ਚ ਵੰਡ ਦਿਓ। ਆਪਾਂ ਹਸਪੀਟਲ ਐਡਮਿਟ ਹੁੰਨੇ ਆ, ਠੀਕ ਹੈ, ਉੱਥੇ ਬਲੱਡ ਦੀ ਜ਼ਰੂਰਤ ਹੁੰਦੀ ਹੈ, ਉਦੋਂ ਤਾਂ ਨਹੀਂ ਪੁੱਛਿਆ ਜਾਂਦਾ ਕਿ ਬਲੱਡ ਕਿਸ ਧਰਮ ਤੋਂ ਆਇਆ ਹੈ, ਕਿਸ ਜਾਤ ਤੋਂ ਆਇਆ ਹੈ। ਜਦੋਂ ਇਹੋ ਜਿਹੀਆਂ ਗੱਲਾਂ ਉੱਠਦੀਆਂ ਨੇ ਜਿਸ ਦੇ ਵਿੱਚ ਸਰਕਾਰ ਦੇ ਖਿਲਾਫ ਰੋਜ਼ ਮੁਜ਼ਾਹਰੇ ਹੁੰਦੇ ਨੇ, ਉੱਥੇ ਹੀ ਧਰਮ ਦੀ ਜ਼ਰੂਰਤ ਕਿਉਂ ਪੈਂਦੀ ਹੈ? ਹੁਣ ਜਨਤਾ ਇੰਨੀ ਸਿਆਣੀ ਹੋ ਗਈ ਹੈ ਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਸਿੱਧੇ ਕਾਰਡ ਪਲੇ ਹੋ ਰਹੇ ਨੇ, ਹੋਰ ਕੁਝ ਨਹੀਂ ਹੈ। ਜੀ ਵਾਕਈ ਬਰਨ ਤੁਸੀਂ ਗੱਲ ਕੀਤੀ ਹੈ ਧਰਮ ਦੀ, ਤਾਂ ਜਿਹੜਾ ਕਿਸਾਨ ਹੈ, ਕਿਸਾਨ ਦਾ ਕੋਈ ਧਰਮ ਨਹੀਂ ਹੁੰਦਾ, ਉਹ ਬੇਸਿਕਲੀ ਸਿਰਫ ਅੰਨ ਉਗਾਉਂਦਾ ਹੈ ਤੇ ਪੂਰੇ ਭਾਰਤ ਨੂੰ ਐਂਡ ਈਵਨ ਪੂਰੀ ਜਿਹੜੇ ਮੈਂ ਕਹਿੰਦਾ ਪੂਰੀ ਦੁਨੀਆ ਨੂੰ ਉਹ ਅੰਨ ਉਸ ਨੂੰ ਸਪਲਾਈ ਕਰਦਾ ਤੇ ਉਸ ਦਾ ਢਿੱਡ ਭਰਦਾ। ਸੋ ਇੱਥੇ ਗੱਲ ਕਰੀਏ ਕਿ ਜਿਹੜੇ ਅਲੱਗ-ਅਲੱਗ ਜਿਹੜੇ ਆਪੋਜੀਸ਼ਨ ਲੀਡਰ ਨੇ ਉਹ ਉਹਨਾਂ ਦਾ ਕੀ ਬਿਆਨ ਆ ਰਿਹਾ ਸੀ। ਗੱਲ ਕਰੀਏ ਗੁਜਰਾਤ ਦੇ ਜਿਹੜੇ ਸਾਬਕਾ ਜਿਹੜੇ ਮੁੱਖ ਮੰਤਰੀ ਨੇ ਸ਼ੰਕਰ ਸਿੰਘ ਵਾਗੇਲਾ, ਉਹਨਾਂ ਨੇ ਵੀ ਕਿਹਾ ਕਿ ਹਾਂ ਵੀ ਜਿਹੜਾ ਕਿਸਾਨ ਅੰਦੋਲਨ ਜਿਹੜੇ ਕਰ ਰਹੇ ਨੇ ਉਹਨਾਂ ਦਾ ਮੈਂ ਸਮਰਥਨ ਕਰਦਾ ਵਾਂ ਐਂਡ ਈਵਨ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਜਿਹੜਾ ਹੈ ਆਪਣਾ ਫੈਸਲਾ ਜਿਹੜੇ ਕਾਨੂੰਨ ਨੇ ਉਹ ਰੱਦ ਕਰਵਾਉਣੇ ਚਾਹੀਦੇ ਨੇ। ਉਹਨਾਂ ਨੇ ਖਾਸ ਕਿਹਾ ਕਿ 25 ਦਸੰਬਰ ਤੋਂ ਪਹਿਲਾਂ ਜਿਹੜਾ ਕੰਮ ਹੈ ਹੋ ਜਾਣਾ ਚਾਹੀਦਾ। 25 ਦਸੰਬਰ ਉਹਨਾਂ ਨੇ ਖਾਸ ਇਸ ਕਰਕੇ ਮੰਗ ਕੀਤੀ ਹੈ ਕਿਉਂਕਿ 25 ਦਸੰਬਰ ਨੂੰ ਸਾਡੇ ਜਿਹੜੇ ਦੇਸ਼ ਦੇ ਕਾਫੀ ਮਹਾਨ ਲੀਡਰ ਹੋਏ ਨੇ, ਪ੍ਰਧਾਨ ਮੰਤਰੀ ਵੀ ਰਹੇ ਨੇ ਅਟਲ ਬਿਹਾਰੀ ਵਾਜਪਾਈ। ਸੋ ਉਹਨਾਂ ਦੀ ਸ਼ਖਸੀਅਤ ਬੜੀ ਸਿੱਧੀ ਐਂਡ ਸੁੱਚੀ ਰਹੀ ਹੈ। ਉਹਨਾਂ ਨੇ ਬੀਜੇਪੀ ਨੂੰ ਰਿਪਰੈਜ਼ੈਂਟ ਕੀਤਾ ਐਂਡ ਅਸੀਂ ਕਹਿ ਸਕਦੇ ਹਾਂ ਕਿ ਬੀਜੇਪੀ ਦੇ ਜਿਹੜੇ ਕੁਝ ਕੁ ਲੀਡਰ ਨੇ ਜਿਹੜੇ ਬੰਨੇ ਪਰਮੰਨੇ ਨੇ, ਵਧੀਆ ਕੰਮ ਉਹਨਾਂ ਨੇ ਕੀਤਾ। ਉਹਨਾਂ ਵਿੱਚੋਂ ਇੱਕ ਆਪਣੇ ਜਿਹੜੇ ਨੇ ਅਟਲ ਬਿਹਾਰੀ ਵਾਜਪਾਈ। ਸੋ ਉਹਨਾਂ ਦਾ ਹਵਾਲਾ ਦਿੱਤਾ, ਉਹਨਾਂ ਨੇ ਦਿੱਤਾ ਹੈ ਕਿ ਹਾਂ ਬਈ ਉਹਨਾਂ ਦੇ ਜਨਮ ਦਿਨ ਤੋਂ ਪਹਿਲਾਂ ਕਿਸਾਨਾਂ ਨੂੰ ਜਿਹੜਾ ਹੈ ਉਹਨਾਂ ਦਾ ਹੱਕ ਜਿਹੜਾ ਹੈ ਉਹ ਮਿਲ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਾਜਪਾਈ ਹੋਣਾ ਦੀ ਜੇ ਗੱਲ ਕਰੀਏ, ਦੋਨੋਂ ਹੀ ਵੱਖਰੇ ਵੱਖਰੇ ਨੇਚਰ ਦੇ ਨੇ। ਇੱਕ ਖਰਾ ਸਿੱਕਾ ਤੇ ਇੱਕ ਖੋਟਾ ਸਿੱਕਾ। ਖਰਾ ਸਿੱਕਾ ਹੁਣ ਇਸ ਦੁਨੀਆ ਤੇ ਨਹੀਂ ਰਿਹਾ ਤੇ ਖੋਟਾ ਸਿੱਕਾ ਹੈ ਜਿਹੜਾ ਦੇਖ ਲਓ ਸਾਰਿਆਂ ਦਾ ਕੀ ਹਾਲ ਕੀਤਾ ਪਿਆ, ਆਪ ਸਾਰਾ ਕੁਝ ਪ੍ਰਾਈਵੇਟ ਕਰੀ ਜਾ ਰਹੇ ਆ। ਮੈਨੂੰ ਤਾਂ ਇਦਾਂ ਨਹੀਂ ਲੱਗਦਾ ਇਹਨਾਂ ਨੇ ਬਿਲਡਿੰਗਾਂ ਨੂੰ, ਮਤਲਬ ਕਹਿੰਦੇ ਨਾ ਬਿਲਡਿੰਗਾਂ ਖਾਣੀਆਂ ਤੁਸੀਂ। ਜਿਹੜਾ ਬੰਦਾ ਸਾਡੇ ਲਈ ਕਮਾ ਰਿਹਾ ਉਹ ਅੱਜ ਭੁੱਖਾ ਬੈਠਾ ਹੈ ਬਾਰਡਰਾਂ ਤੇ, ਹੈ ਨਾ, ਵੱਖਰੇ ਵੱਖਰੇ ਟੋਲ ਪਲਾਜ਼ਾ ਦੇ ਉੱਤੇ ਭੁੱਖ ਹੜਤਾਲ ਚੱਲ ਰਹੀ ਹੈ। ਇਹਨਾਂ ਨੂੰ ਉਹਨਾਂ ਤੇ ਤਰਸ ਨਹੀਂ ਆਉਂਦਾ। ਇਹ ਆਪਣੀਆਂ ਹੀ ਦੁਨੀਆ ਦੇ ਵਿੱਚ ਮਾਹਿਰ ਨੇ, ਦੁਨੀਆ ਤੋਂ ਮਤਲਬ ਇਹਨਾਂ ਨੂੰ ਸ਼ਾਇਦ ਅਗਾਂਹ ਦੀ ਦੁਨੀਆ ਭੁੱਲ ਗਈ। ਜੇ ਆਪਾਂ ਇਹਨੂੰ ਥੋੜਾ ਰਾਜਨੀਤਿਕ ਪੱਖ ਤੋਂ ਹਟਾ ਕੇ ਇੱਕ ਇਮੋਸ਼ਨਲ ਸਾਈਡ ਤੇ ਲੈ ਕੇ ਜਾਈਏ ਕਿ ਇਦਾਂ ਲੱਗਦਾ ਹੈ ਕਿ ਇਹਨਾਂ ਬੰਦਿਆਂ ਦੇ ਅੰਦਰ ਇਮੋਸ਼ਨਸ ਹੀ ਨਹੀਂ, ਬਸ ਹਰੇਕ ਚੀਜ਼ ਨੂੰ ਬੰਜ਼ਰੀਲਾ ਕਰੀ ਜਾਓ। ਜਦੋਂ ਕੁਝ ਉਗਾਉਣ ਵਾਲੀ ਧਰਤੀ ਨਹੀਂ ਰਹੇਗੀ ਕਿ ਆਪਾਂ ਪੱਥਰਾਂ ਨੂੰ ਖਾ ਲਾਂਗੇ, ਕਿ ਪੱਥਰ ਪਚਾਉਣੇ ਆ ਅਸੀਂ? ਇਹ ਬੜੀ ਡੂੰਘੀ ਗੱਲ ਹੈ ਕਿਉਂਕਿ ਜਦੋਂ ਸਾਡਾ ਕਿਸਾਨ ਉੱਥੇ ਰੋ ਰਿਹਾ ਹੈ, ਤੁਸੀਂ ਵੀਡੀਓ ਦੇਖੀ ਹੋਣੀ ਹੈ, ਜਦੋਂ ਕੋਈ ਬਜ਼ੁਰਗ ਰੋਂਦਾ ਹੈ ਤਾਂ ਅੱਖਾਂ 'ਚੋਂ ਪਾਣੀ ਆ ਜਾਂਦਾ ਦੇਖ ਕੇ ਕਿ ਕਿੱਦਾਂ ਕਿਸਾਨ ਉੱਥੇ ਬੈਠੇ ਨੇ। ਕਿਸੇ ਕਿਸਾਨ ਦੇ ਨਾਲ ਆਪਣੇ ਪੰਜਾਬ ਮੇਲ USA TV ਚੈਨਲ ਤੇ ਆਪਾਂ ਇੰਟਰਵਿਊ ਕੀਤੀ ਹੈ ਕਿਸਾਨੀ ਅਪਡੇਟ ਦੇ ਵਿੱਚ। ਉਹਨਾਂ ਨੂੰ ਮੈਂ ਪੁੱਛਿਆ ਕਿ ਤੁਹਾਨੂੰ ਠੰਡ ਨਹੀਂ ਲੱਗਦੀ? ਉਹ ਕਹਿੰਦੇ ਕਿ ਸਾਨੂੰ ਠੰਡ ਤਾਂ ਨਹੀਂ ਲੱਗਦੀ ਕਿਉਂਕਿ ਅਸੀਂ ਜ਼ਿਮੀਂਦਾਰ ਹਾਂ, ਅਸੀਂ ਕਿਸਾਨ ਹਾਂ। ਸਾਡੇ ਲਈ ਨੋਰਮਲ ਗੱਲ ਹੈ ਕਿ ਠੰਡੇ ਪਾਣੀ ਦੇ ਵਿੱਚ ਸਿਆਲਾਂ ਨੂੰ ਵੀ ਕਣਕਾਂ ਨੂੰ ਪਾਣੀ ਲਾਈ ਜਾਣਾ, ਸਾਨੂੰ ਇਹਨਾਂ ਚੀਜ਼ਾਂ ਦੀ ਆਦਤ ਪਈ ਹੋਈ ਹੈ। ਪਰ ਕੋਈ ਵੀ ਨਹੀਂ ਚਾਹੁੰਦਾ ਕਿ ਉੱਥੇ ਜਾਣ ਕੇ ਰਵੇ। ਜੇ ਸਾਡੇ ਤੇ ਪੀਜੇ ਨੂੰ ਲੈ ਕੇ ਕਟਾਕਸ਼ ਕੱਸੇ ਜਾ ਰਹੇ ਆ ਕਿ ਤੁਸੀਂ ਪੀਜ਼ਾ ਖਾ ਰਹੇ ਹੋ, ਪਿੰਨੀਆਂ ਖਾ ਰਹੇ ਹੋ, ਕਹਿੰਦੇ ਸਾਡੀ ਮਜਬੂਰੀ ਬਣ ਗਈ ਹੈ ਇੱਥੇ ਆ ਕੇ ਖਾਣਾ। ਹਾਲਾਂਕਿ ਇਸੇ ਚੀਜ਼ ਨੂੰ ਅਸੀਂ ਖੁਸ਼ੀ ਨਾਲ ਕਰ ਰਹੇ ਹਾਂ ਕਿ ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ। ਇਹਨਾਂ ਸਰਕਾਰਾਂ ਦੇ ਅੰਦਰ ਮੈਨੂੰ ਲੱਗਦਾ ਹੈ ਕਿ ਦਿਲ ਨਾਮ ਦੀ ਚੀਜ਼ ਨਹੀਂ ਹੁੰਦੀ, ਸਿਰਫ ਦਿਮਾਗ ਹੁੰਦਾ ਹੈ ਔਰ ਇਹ ਦਿਮਾਗ ਵੀ ਪ੍ਰੋਪਰ ਇਸ ਟਾਈਮ ਪੁੱਠੇ ਤਰੀਕੇ ਦੇ ਨਾਲ ਚੱਲ ਰਿਹਾ ਹੈ। ਜੀ
ਬਰਨ ਤੁਸੀਂ ਗੱਲ ਕੀਤੀ ਕਿ ਹਾਂ ਵੀ ਕਾਫੀ ਜਿਹੜਾ ਇਮੋਸ਼ਨਲ ਜਿਹੜਾ ਹੈ ਮਾਹੌਲ ਬਣ ਚੁੱਕਾ ਐਂਡ ਉੱਥੋਂ ਦੇ ਜਿਹੜੇ ਬਿਆਨ ਵੀ ਜਦੋਂ ਸਾਹਮਣੇ ਆਉਂਦੇ ਨੇ, ਜਿਵੇਂ ਕਿ ਮੈਂ ਰੀਸੈਂਟਲੀ ਵੇਖ ਰਿਹਾ ਸੀਗਾ ਕਿ ਉੱਥੋਂ ਦੇ ਕਈ ਆਗੂ ਜਿਹੜੇ ਨੇ ਕੈਮਰੇ ਅੱਗੇ ਰੋ ਪਏ। ਉਹਨਾਂ ਦਾ ਕਹਿਣਾ ਸੀਗਾ ਕਿ ਹਾਂ ਵੀ ਕੇਂਦਰ ਸਰਕਾਰ ਨੂੰ, ਖਾਸ ਕਰਕੇ ਮੋਦੀ ਨੂੰ ਰਾਤ ਨੂੰ ਨੀਂਦ ਕਿਵੇਂ ਆ ਜਾਂਦੀ ਹੈ ਕਿ ਜਿਹੜਾ ਉੱਥੇ ਕਿਸਾਨ ਨੇ 2.5 ਲੱਖ ਜਿਹੜਾ ਕਿਸਾਨ ਹੈ ਉਹ ਖੁੱਲੇ ਆਸਮਾਨ ਦੇ ਵਿੱਚ ਠੰਡੀਆਂ ਹਵਾਵਾਂ ਦੇ ਵਿੱਚ ਉੱਥੇ ਦਿਨ ਰਾਤ ਉੱਥੇ ਰਹਿ ਰਿਹਾ, ਤੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਸ਼ਾਹੀ ਆਪਣੇ ਜੋ ਵੀ ਉਹਨਾਂ ਦੀ ਬਿਲਡਿੰਗ ਹੈ, ਜੋ ਵੀ ਉਹਨਾਂ ਦਾ ਰਿਹਾਇਸ਼ ਉੱਥੇ ਰਹਿ ਰਹੇ ਨੇ। ਸੋ ਪ੍ਰਧਾਨ ਮੰਤਰੀ ਨੂੰ ਨੀਂਦ ਕਿਵੇਂ ਆ ਜਾਂਦੀ ਹੈ ਕਿ ਹਾਂ ਵੀ ਉਹਨਾਂ ਦੇ ਹੀ ਦੇਸ਼ ਦੇ, ਉਹਨਾਂ ਦੇ ਹੀ ਸੂਬੇ ਦੇ, ਉਹਨਾਂ ਦੇ ਹੀ ਜਿਹੜੇ ਕਿਸਾਨ ਨੇ, ਜਿਹੜਾ ਕਿ ਪਿਛਲੇ ਕਾਫੀ ਸਾਲਾਂ ਤੋਂ ਲੋਕਾਂ ਦਾ ਢਿੱਡ ਭਰ ਰਹੇ ਨੇ, ਉਹ ਕਿਵੇਂ ਉਸ ਟਾਈਮ ਉੱਥੇ ਗੁਜ਼ਾਰਾ ਕਰ ਰਹੇ ਨੇ, ਕਿਵੇਂ ਠੰਡ ਦਾ ਸਾਹਮਣਾ ਕਰ ਰਹੇ ਨੇ, ਐਂਡ ਈਵਨ ਕਰੋਨਾ ਦੇ ਇਸ ਮੁਸ਼ਕਿਲ ਦੌਰ ਵਿੱਚ ਵੀ ਆਪਣੇ ਹੱਕ ਸੱਚ ਦੀ ਲੜਾਈ ਲਈ ਉੱਥੇ ਬੈਠੇ ਹੋਏ ਨੇ। ਸੋ ਉਹਨਾਂ ਨੂੰ ਵਾਕਈ ਇਸ ਗੱਲ ਤੇ ਜਿੰਨਾ ਕੁ ਵਿਚਾਰ ਕਰੋ ਤੁਸੀਂ ਓਨਾ ਹੀ ਦੁੱਖ ਆਪਣੇ ਆਪ ਨੂੰ ਦਵੋਗੇ ਕਿ ਹਾਂ ਵੀ ਜਿਹੜੀ ਕੇਂਦਰ ਸਰਕਾਰ ਦਾ ਅੜੀਅਲ ਤੇ ਜਿਹੜਾ ਜ਼ਿੱਦੀ ਜਿਹੜਾ ਸੁਭਾਅ ਹੈ ਉਸ ਨੂੰ ਕਿਸ ਡਾਇਰੈਕਸ਼ਨ ਵੱਲ ਲੈ ਜਾਵੇਗਾ, ਉਹ ਹੁਣ ਵਾਕਈ ਜਿਹੜਾ ਵਕਤ ਹੈ ਦੱਸੇਗਾ। ਸੋ ਅਗਲੀ ਗੱਲ ਇੱਥੇ ਬਰਨ ਦੱਸਦੀ ਹੈ ਕਿ ਹੁਣੇ ਇੱਕ ਖਬਰ ਆਈ ਹੈ ਕਿ ਜਿਹੜੇ ਸੀਐਮ ਨੇ ਹਰਿਆਣੇ ਦੇ ਮਨੋਹਰ ਲਾਲ ਖੱਟੜ, ਉਹਨਾਂ ਨੇ ਕਿਹਾ ਹੈ ਕਿ ਅਸੀਂ ਐਮਐਸਪੀ ਦਾ ਦਾਅਵਾ ਕਰਦੇ ਹਾਂ ਐਂਡ ਰੈਗੂਲਰ ਜਿਹੜੀ ਕੇਂਦਰ ਸਰਕਾਰ ਹੈ ਉਹ ਐਮਐਸਪੀ ਦਾ ਦਾਅਵਾ ਕਰਦੀ ਹੈ ਕਿ ਹਾਂ ਵੀ ਐਮਐਸਪੀ ਜਿਹੜੀ ਹੈ ਤੁਹਾਨੂੰ ਜ਼ਰੂਰ ਮਿਲੇਗੀ। ਸੋ ਹੁਣੇ ਉਹਨਾਂ ਨੇ ਕਿਹਾ ਹੈ ਕਿ ਹਾਂ ਵੀ ਜੇਕਰ ਕਿਸਾਨਾਂ ਨੂੰ ਐਮਐਸਪੀ ਨਾ ਮਿਲੀ ਜਾਂ ਫਿਰ ਕੋਈ ਖਤਰਾ ਹੋਇਆ, ਕਹਿੰਦਾ ਮੈਂ ਰਾਜਨੀਤੀ ਛੱਡ ਜਾਵਾਂਗਾ। ਬੇਸਿਕਲੀ ਉਹਨਾਂ ਨੇ ਕੇਂਦਰ ਸਰਕਾਰ ਦੀ ਹਮਾਇਤ ਕੀਤੀ ਹੈ। ਉਹਨਾਂ ਨੇ ਇੱਕੋ ਗੱਲ ਕਹੀ ਹੈ ਕਿ ਹਾਂ ਵੀ ਜਿਹੜੀ ਕੇਂਦਰ ਸਰਕਾਰ ਹੈ ਆਪਣੇ ਵਚਨਾਂ ਦੀ ਪੂਰੀ ਪਾਬੰਦ ਰਹੇਗੀ ਐਂਡ ਜਿਹੜੇ ਕਿਸਾਨ ਨੇ ਉਹਨਾਂ ਨੂੰ ਐਮਐਸਪੀ ਜ਼ਰੂਰ ਮਿਲੇਗੀ। ਇਹ ਉਹ ਬੰਦਾ ਕਹਿ ਰਿਹਾ ਹੈ ਜਿਹਨੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਜਾਂਦੇ ਹੋਏ ਕਿਸਾਨਾਂ ਦੇ ਲਈ ਰਾਹ ਦੇ ਵਿੱਚ ਉਹ ਕੰਡਿਆਲੀਆਂ ਤਾਰਾਂ ਲਾ ਦਿੱਤੀਆਂ ਜੋ ਅਸੀਂ ਅੱਤਵਾਦੀਆਂ ਨੂੰ ਰੋਕਣ ਦੇ ਲਈ ਲਾਉਂਦੇ ਆ। ਜਾਨਵਰਾਂ ਨਾਲ ਵੀ ਉਹ ਤਾਰਾਂ ਨਹੀਂ ਲਾਉਂਦੇ ਕਿਤੇ ਜਾਨਵਰਾਂ ਨੂੰ ਦੁੱਖ ਨਾ ਲੱਗੇ। ਇੰਨੇ ਉਹ ਸੜਕਾਂ ਪੱਟ ਦਿੱਤੀਆਂ ਜਿਹੜੀਆਂ ਸਾਡੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਦਿੱਤੇ ਹੋਏ ਟੈਕਸ ਨਾਲ ਬਣੀਆਂ ਹੋਈਆਂ ਸੀਗੀਆਂ। ਮਿੱਟੀ ਦੇ ਪਹਾੜ, ਔਰ ਰਣਜੀਤ ਬਾਵਾ ਹੁਣਾਂ ਦਾ ਗਾਣਾ ਆਇਆ ਨਾ ਕਿ ਜਿਹੜੇ ਪੱਥਰ ਤੁਸੀਂ ਸਾਨੂੰ ਰਾਹ ਰੋਕਣ ਲਈ ਬਣਾਏ ਹੋਏ ਸੀ ਅਸੀਂ ਹੁਣ ਉਹਨਾਂ ਤੇ ਪ੍ਰਸ਼ਾਦੇ ਪਕਾਉਂਦੇ ਆ। ਇਹ ਗੱਲਾਂ ਉਹ ਬੰਦਾ ਕਰ ਰਿਹਾ ਹੈ ਜਿਨੇ ਆਪਣੀ ਮਿੱਟੀ ਆਪ ਹੀ ਪਲੀਤ ਕਰ ਦਿੱਤੀ, ਆਪਣੀ ਨਿੰਦਿਆ ਆਪ ਹੀ ਕਰਾ ਲਈ। ਉਹ ਜਿਹੜਾ ਮਰਜ਼ੀ ਬਿਆਨ ਦਵੇ, ਹੁਣ ਕਿਸੇ ਨੇ ਇਹਦੀਆਂ ਗੱਲਾਂ 'ਚ ਨਹੀਂ ਆਉਣਾ। ਔਰ ਇਹ ਗੱਲ ਹਲੇ ਮੰਤਰੀ ਪਤਾ ਕੀ ਚਾਹੁੰਦੇ ਨੇ? ਮੰਤਰੀ ਚਾਹੁੰਦੇ ਹਨ ਕਿ ਜਾਂ ਸਾਡੀ ਸਰਕਾਰ ਇਹ ਚਾਹੁੰਦੀ ਹੈ ਕਿ ਜਿਹੜੀਆਂ ਸਾਡੀਆਂ ਪੁਰਾਣੀਆਂ ਟੈਕਨੀਕਸ ਹੁੰਦੀਆਂ ਸੀ ਜਨਤਾ ਨੂੰ ਭਰਮਾਉਣ ਦੀਆਂ, ਅਸੀਂ ਆਹ ਦੇ ਦਾਂਗੇ, ਸਾਨੂੰ ਵੋਟਾਂ ਪਾ ਦਿਓ, ਅਸੀਂ ਆਹ ਕਰ ਦਾਂਗੇ, ਆਹ ਕਾਨੂੰਨ ਬਣ ਲੈਂਦੋ। ਹੁਣ ਇਹ ਚੀਜ਼ਾਂ ਦੇ ਖਿਲਾਫ ਆਵਾਮ ਦੀ ਆਵਾਜ਼ ਉੱਠ ਚੁੱਕੀ ਹੈ ਔਰ ਆਵਾਮ ਜਾਗਰੂਕ ਹੈ। ਜਾਗਰੂਕ ਪਹਿਲਾਂ ਵੀ ਸੀ, ਪਹਿਲਾਂ ਸ਼ਾਂਤਮਈ ਢੰਗ ਨਾਲ ਚੱਲ ਰਹੀ ਸੀ। ਫਿਲਹਾਲ ਸਰਕਾਰਾਂ ਨੇ ਇੰਨਾ ਮਜਬੂਰ ਕਰ ਦਿੱਤਾ ਕਿ ਉਹ ਆਪਣੀ ਆਵਾਜ਼ ਦਿੱਲੀ ਤੱਕ ਜਾ ਕੇ ਚੱਕੇ ਔਰ ਇਹ ਚੱਕੀ ਰਹਿਣੀ ਹੈ। ਜਿੰਨੇ ਮਰਜ਼ੀ ਬਿਆਨ ਆਈ ਜਾਣ, ਜੋ ਮਰਜ਼ੀ ਹੋਈ ਜਾਵੇ, ਹੁਣ ਕਿਸੇ ਨੇ ਇਹਨਾਂ ਗੱਲਾਂ ਦੇ ਵਿੱਚ ਨਹੀਂ ਆਉਣਾ ਕਿਉਂਕਿ ਇਹ ਖੱਡੇ ਜਿਹੜੇ ਇਹਨਾਂ ਨੇ ਆਪਣੇ ਲਈ ਆਪ ਖੋਦੇ ਆ। ਜਿਹੜੀਆਂ ਸੜਕਾਂ ਦੇ ਵਿੱਚ ਟੋਏ ਪੱਟੇ ਸੀ ਉਹਨਾਂ ਦੇ ਵਿੱਚ ਇਹਨਾਂ ਦੇ ਬਿਆਨ ਉਦਣ ਹੀ ਕਿਸਾਨਾਂ ਨੇ ਦੱਬ ਦਿੱਤੇ, ਹੁਣ ਉਹ ਨਹੀਂ ਖੋਦੇ ਜਾਣੇ। ਜੀ ਬਰਨ, ਤੁਸੀਂ ਆਪਣੀ ਗੱਲ ਦੀ ਸਟਾਰਟਿੰਗ ਦੇ ਵਿੱਚ ਕਿਹਾ ਹੈ ਕਿ ਹਾਂ ਵੀ ਅਸੀਂ ਇਸ ਜਨਮ ਦੇ ਵਿੱਚ ਉਹਨਾਂ ਤੇ ਬਿਲਕੁਲ ਵਿਸ਼ਵਾਸ ਨਹੀਂ ਕਰਾਂਗੇ। ਵਿਸ਼ਵਾਸ ਅਸੀਂ ਕਿਵੇਂ ਕਰਦੇ ਹਾਂ? ਕਿਉਂਕਿ ਸੇਮ ਕੇਂਦਰ ਸਰਕਾਰ ਤੋਂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਲੋਕਾਂ ਨੂੰ ਕਹਿੰਦੇ ਨੇ ਕਿ ਹਾਂ ਵੀ ਜਦੋਂ ਸੱਤਾ ਵਿੱਚ ਆਉਣਗੇ ਤੇ 50 ਦਿਨਾਂ ਦੇ ਵਿੱਚ ਜਿਹੜੀ ਬਲੈਕ ਮਨੀ ਹੈ ਵਾਪਸ ਲਿਆਉਣਗੇ। ਉਸ ਤੋਂ ਬਾਅਦ ਉਹ ਲੋਕਾਂ ਨੂੰ ਆਸ਼ਵਾਸਨ ਦਿੰਦੇ ਨੇ ਕਿ ਹਾਂ ਵੀ 15 ਲੱਖ ਜਿਹੜਾ ਹੈ ਤੁਹਾਡੇ ਅਕਾਊਂਟ ਵਿੱਚ ਆਵੇਗਾ। ਕਿੰਨਿਆਂ ਦੇ ਵਿੱਚ ਆਇਆ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ, ਠੀਕ ਹੈ। ਉਸ ਤੋਂ ਇਲਾਵਾ ਫਿਰ ਗੱਲ ਹੁੰਦੀ ਹੈ ਕਿ ਹਾਂ ਵੀ ਜਿਹੜੀ ਡੀਮੋਨੇਟਾਈਜੇਸ਼ਨ ਹੈ ਹਨਾ, ਸਾਡੇ ਜਿਹੜੇ ਨੋਟ ਹੈ 50 ਦਿਨਾਂ 'ਚ ਬਦਲ ਜਾਣਗੇ, ਨਹੀਂ ਤਾਂ ਮੈਨੂੰ ਭਾਵੇਂ ਜੁੱਤੀਆਂ ਮਾਰ ਦੋ। ਚਲੋ ਕਿਸੇ ਨੇ ਨਹੀਂ ਮਾਰੀ, ਮੈਂ ਕਹਿੰਦਾ ਮਾੜੀ ਗੱਲ ਆ। ਤੇ ਇਸ ਤੋਂ ਇਲਾਵਾ ਗੱਲ ਕਰੀਏ ਜੀਐਸਟੀ ਦੀ, ਜੀਐਸਟੀ ਲੈ ਕੇ ਆਏ। ਮਤਲਬ ਜਿੰਨਾ ਵੀ ਉਹਨਾਂ ਨੇ ਮੈਂ ਕਹਿੰਦਾ ਸਾਨੂੰ ਸੰਬੋਧਨ ਕੀਤਾ, ਭਾਰਤ ਨੂੰ ਕਿਹਾ, ਇਹ ਕੀਤਾ, ਉਹ ਕੀਤਾ, ਕੋਈ ਗੱਲ ਜਿਹੜੀ ਹੈ ਬਿਲਕੁਲ ਠੀਕ ਨਹੀਂ ਨਿਕਲੀ। ਸੋ ਕਿਵੇਂ ਕੋਈ ਆਮ ਵਿਅਕਤੀ ਇਹਨਾਂ ਗੱਲਾਂ ਨੂੰ ਸੁਣ ਕੇ ਸਮਝ ਕੇ ਕਿਵੇਂ ਇਹਨਾਂ ਦਾ ਵਿਸ਼ਵਾਸ ਕਰ ਲੇਗਾ? ਐਂਡ ਕਿਸਾਨਾਂ ਦਾ ਵੀ ਇੱਕੋ ਹੀ ਇਹੀ ਗੱਲ ਹੈ ਕਿ ਹਾਂ ਵੀ ਤੁਸੀਂ ਅਗਰ ਐਮਐਸਪੀ ਦਾ ਆਸ਼ਵਾਸਨ ਦਿੰਦੇ ਹੋ, ਸਾਨੂੰ ਲਿਖਤੀ ਇੱਕ ਕਾਨੂੰਨ ਬਣਾ ਕੇ ਦਿਵੋ। ਸੋ ਅਸੀਂ ਇਸ ਗੱਲਾਂ ਦਾ ਵਿਸ਼ਵਾਸ ਬਿਲਕੁਲ ਨਹੀਂ ਕਰ ਸਕਦੇ। ਹੁਣ ਆੜਤੀਆਂ ਦੇ ਘਰਾਂ ਦੇ ਵਿੱਚ ਛਾਪੇ ਮਾਰਨ ਦੀ ਕੀ ਜ਼ਰੂਰਤ ਸੀ? ਕੋਈ ਨਾ ਕੋਈ ਇਹ ਹੀਲਾ ਵਸੀਲਾ ਕਰ ਰਹੇ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਲੜਾਈ ਪਵਾ ਦਈਏ, ਫੁੱਟ ਪਵਾ ਦਈਏ, ਇਹ ਬਿਖਰ ਜਾਣ। ਠੀਕ ਹੈ, ਜਦੋਂ ਅੰਦੋਲਨ ਨੇ ਜਨਤਾ ਦਾ ਰੂਪ ਧਾਰ ਲਿਆ, ਉਹ ਦੇਖੋ ਕਿਸਾਨ ਅੰਦੋਲਨ ਸੀ, ਹੁਣ ਜਨਤਕ ਅੰਦੋਲਨ ਬਣ ਗਿਆ। ਵਿਦੇਸ਼ੀ ਵੀ ਲੋਕ ਜਿਹੜੇ ਨੇ ਇਸ ਦਾ ਸਾਥ ਦੇ ਰਹੇ ਨੇ। ਇਹ ਕਿਸ ਤਰੀਕੇ ਦੇ ਨਾਲ ਚਾਹੁੰਦੇ ਨੇ ਕਿ ਅਸੀਂ ਬਿਖਰ ਜਾਈਏ? ਇਹ ਨਹੀਂ ਹੋ ਸਕਦਾ। ਆੜਤੀਆਂ ਦੇ ਘਰਾਂ ਦੇ ਵਿੱਚ ਛਾਪੇ ਮਾਰਨ ਲਈ ਜਗ੍ਹਾ ਜਿੱਥੇ ਛਾਪੇ ਵੱਜਣਗੇ ਉੱਥੇ ਵੀ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਅਸੀਂ ਉੱਥੇ ਵੀ ਧਰਨੇ ਦੇਵਾਂਗੇ ਜਿੱਥੇ ਜਿੱਥੇ ਛਾਪਾ ਵੱਜਿਆ। ਜੇ ਛਾਪੇ ਮਾਰੇ ਜਾਣਗੇ ਅਸੀਂ ਯਕੀਨਨ ਉਸ ਜਗ੍ਹਾ ਤੇ ਰੋਸ ਮੁਜ਼ਾਹਰਾ ਕਰਾਂਗੇ। ਇਹੋ ਜਿਹੇ ਤਰੀਕਿਆਂ ਦੇ ਨਾਲ ਕਿਸੇ ਨੂੰ ਵੀ ਪਰੇਸ਼ਾਨ ਨਾ ਕੀਤਾ ਜਾਵੇ। ਹੁਣ ਪੰਜਾਬ ਦੇ
ਇੱਕ ਜ਼ਿਲ੍ਹੇ ਦੀ ਗੱਲ ਹੈ, ਉੱਥੋਂ ਇੱਕ ਲੈਟਰ ਨਿਕਲਦੀ ਹੈ ਸਰਕਾਰੀ, ਔਰ ਉਹ ਲੈਟਰ ਬਹੁਤ ਜ਼ਿਆਦਾ ਸੋਸ਼ਲ ਸਾਈਟ ਦੇ ਉੱਤੇ ਫਾਰਵਰਡ ਹੋ ਰਹੀ ਹੈ। ਉੱਥੇ ਕਹਿ ਦਿੱਤਾ ਗਿਆ ਹੈ ਕਿ ਟੈਂਟਾਂ ਵਾਲਿਆਂ ਨੂੰ ਕਿ ਜਿੱਥੇ ਵੀ ਕਿਸਾਨਾਂ ਦਾ ਅੰਦੋਲਨ ਹੁੰਦਾ ਹੈ, ਧਰਨੇ ਲੱਗਦੇ ਹਨ, ਉੱਥੇ ਤੁਸੀਂ ਟੈਂਟਾਂ ਦੀ ਸਪਲਾਈ ਨਹੀਂ ਕਰਨੀ, ਉੱਥੇ ਟੈਂਟ ਦਾ ਸਮਾਨ ਨਹੀਂ ਜਾਏਗਾ। ਫਿਰ ਫੇਸਬੁੱਕ ਦੇ ਉੱਤੇ ਕਿਸਾਨ ਅੰਦੋਲਨ ਵਾਲਾ ਜਿਹੜਾ ਪੇਜ ਹੈ ਜਾਗਰੂਕਤਾ ਵਾਲਾ, ਉਹ ਬੰਦ ਕਰ ਦਿੱਤਾ ਜਾਂਦਾ ਹੈ। ਜਦੋਂ ਉਸ ਦੇ ਖਿਲਾਫ ਆਵਾਜ਼ ਚੁੱਕੀ ਜਾਂਦੀ ਹੈ, ਫਿਰ ਉਸ ਪੇਜ ਨੂੰ ਚਾਲੂ ਕਰ ਦਿੱਤਾ ਜਾਂਦਾ ਹੈ। ਠੀਕ ਹੈ, ਕੋਈ ਹੀਲਾ ਵਸੀਲਾ ਇਹਨਾਂ ਨੇ ਛੱਡਿਆ ਕੋਈ ਨਹੀਂ ਛੱਡਿਆ। ਇਹ ਸਭ ਤਰੀਕੇ ਨੇ, ਮਾਪਦੰਡ ਨੇ, ਗੱਲ ਉੱਥੇ ਆ ਕੇ ਮੁੱਕਣੀ ਹੈ। ਕਹਿੰਦਾ ਨਾ, ਬੰਦਾ ਜਦੋਂ ਬੌਂਦਲ ਜਾਂਦਾ ਕੰਧ 'ਚ ਟੱਕਰਾਂ ਮਾਰਦਾ। ਹੁਣ ਇਹਨਾਂ ਦਾ ਉਹ ਹਾਲ ਹੋਇਆ ਹੈ, ਸਰਕਾਰ ਬੌਂਦਲ ਗਈ ਹੈ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਮੈਂ ਇਸ ਕੰਧ 'ਚ ਵੱਜ ਰਹੀ ਹਾਂ ਕਿ ਉਸ ਕੰਧ 'ਚ ਵੱਜ ਰਹੀ ਹਾਂ। ਬੌਂਦਲ ਗਈ ਹੈ ਸਰਕਾਰ ਜੀ। ਸੋ ਵਾਕਈ ਜਿਹੜੀਆਂ ਹੁਣ ਅਲੱਗ-ਅਲੱਗ ਗੱਲਾਂ ਜਿਹੜੀਆਂ ਨੇ ਉਹ ਸਾਡੇ ਕਿਸਾਨ ਅੰਦੋਲਨ ਤੋਂ ਸਾਹਮਣੇ ਆ ਰਹੇ ਨੇ, ਕਿਉਂਕਿ ਕਾਫੀ ਇੰਟੈਲੈਕਚੁਅਲ ਜਿਹੜੇ ਮਾਈਂਡ ਨੇ ਉੱਥੇ ਬੈਠੇ ਹੋਏ ਨੇ, ਕਾਫੀ ਪੜ੍ਹੇ ਲਿਖੇ ਜਿਹੜੇ ਇਨਸਾਨ ਨੇ ਉੱਥੇ ਬੈਠੇ ਹੋਏ ਨੇ। ਸੋ ਉਹਨਾਂ ਨੇ, ਕਿਉਂਕਿ ਟਰਾਲੀਆਂ ਭਰ ਕੇ ਗਈਆਂ, ਟਰਾਲੀਆਂ 'ਚ ਰਹਿ ਰਹੇ ਨੇ, ਟਰਾਲੀਆਂ 'ਚ ਖਾ ਪੀ ਰਹੇ ਨੇ। ਸੋ ਉੱਥੋਂ ਹੀ ਇੱਕ ਨਵਾਂ ਅਖਬਾਰ ਸਾਹਮਣੇ ਆ ਰਿਹਾ ਵਰੁਣ, ਜਿਸ ਦਾ ਨਾਮ ਰੱਖਿਆ ਹੈ ਟਰਾਲੀ ਟਾਈਮਸ, ਹਨਾ। ਸੋ ਉੱਥੋਂ ਦੇ ਮੈਂ ਜਿਵੇਂ ਕਿਹਾ ਕਿ ਇੰਟੈਲੈਕਚੁਅਲ ਜਿਹੜੇ ਮਾਈਂਡਸ ਨੇ, ਜਿਹੜੇ ਕਿ ਆਪਣੇ ਆਪ 'ਚ ਕੋਈ ਲੇਖਕ ਨੇ, ਕੋਈ ਜਰਨਲਿਸਟ ਨੇ, ਜਾਂ ਹੋਰ ਅਲੱਗ-ਅਲੱਗ ਜਿਹੜੀਆਂ ਮੈਂ ਕਹਿੰਦਾ ਚੀਜ਼ਾਂ ਜਥੇਬੰਦੀਆਂ ਨੂੰ ਆਪਣੇ ਆਪ ਨੂੰ ਉਹ ਪ੍ਰਧਾਨਗੀ ਕਰਦੇ ਨੇ। ਸੋ ਉਹਨਾਂ ਦੇ ਜਿਹੜੀ ਲਿਖੀਆਂ ਹੋਈਆਂ ਚੀਜ਼ਾਂ ਜਿਹੜੀਆਂ ਨੇ ਉਸ ਅਖਬਾਰ ਵਿੱਚ ਛਪ ਰਹੀਆਂ ਨੇ। ਸੋ ਸਰਕਾਰ ਨੂੰ ਸਿੱਧਾ ਜਵਾਬ ਦਿੱਤਾ ਜਾ ਰਿਹਾ ਕਿ ਹਾਂ ਵੀ ਜਿਹੜੇ ਕਿਸਾਨ ਨੇ ਉਹ ਪੜ੍ਹੇ ਲਿਖੇ ਨੇ, ਉਹ ਕੱਲੇ ਪਜਾਮਾ ਕੁੜਤਾ ਨਹੀਂ ਪਾਉਂਦੇ, ਠੀਕ ਹੈ, ਉਹ ਬਾਕੀ ਸਾਰੇ ਡਰੈਸਾਂ ਨੇ ਉਹ ਵੀ ਪਾਉਂਦੇ ਨੇ। ਦੇਖੋ ਮੋਹਿਤ, ਮੈਂ ਮਾਫੀ ਚਾਹੁੰਦੀ ਤੁਹਾਡੀ ਗੱਲ ਕੱਟ ਰਹੀ ਆ ਕੁੜਤੇ ਪਜਾਮੇ ਤੇ। ਹੁਣ ਇੱਕ ਬੰਦਾ ਆ, ਉਹ ਖੇਤਾਂ 'ਚ ਆ, ਕੰਮ ਕਰ ਰਿਹਾ, ਕਿ ਉਹ ਵਧੀਆ ਬ੍ਰਾਂਡਡ ਸ਼ੂਜ਼ ਪਾ ਕੇ, ਸਵੈਟਸ਼ਰਟਸ ਪਾ ਕੇ ਜਾਂ ਕੋਟ ਪੈਂਟ ਪਾ ਕੇ ਖੇਤਾਂ ਨੂੰ ਪਾਣੀ ਦੇ ਲਊਗਾ? ਉਹਨੂੰ ਕੁੜਤੇ ਪਜਾਮੇ ਦੀ ਜ਼ਰੂਰਤ ਹੋਏਗੀ। ਠੀਕ ਹੈ, ਹੁਣ ਉਹ ਬੰਦਾ ਤਿਆਰ ਹੋ ਕੇ ਕਿਤੇ ਵਿਆਹ ਤੇ ਜਾ ਰਿਹਾ, ਕਿ ਉਹ ਖੇਤਾਂ 'ਚੋਂ ਲਿਬੜ ਕੇ ਚਲਿਆ ਜਾਂਦਾ ਹੋਊਗਾ? ਇਹ ਪਤਾ ਨਹੀਂ ਕਿਸ ਤਰੀਕੇ ਦੀਆਂ ਧਾਰਨਾਵਾਂ ਲੋਕ ਬਣਾ ਰਹੇ ਨੇ ਕਿ ਜੇ ਕੁੜਤਾ ਪਜਾਮਾ ਨਹੀਂ ਪਾਇਆ, ਉਹਨੇ ਸੋਹਣੇ ਕੱਪੜੇ ਪਾਇਆ ਤੇ ਉਹ ਕਿਸਾਨ ਕਿੱਦਾਂ ਹੋ ਸਕਦਾ ਹੈ? ਜੇ ਸੋਹਣੇ ਕੱਪੜਿਆਂ ਵਾਲਾ ਤੁਹਾਨੂੰ ਇਦਾਂ ਲੱਗਦਾ ਹੈ ਕਿ ਕਿਸਾਨ ਨਹੀਂ ਹੋ ਸਕਦਾ, ਕਿ ਤੁਸੀਂ ਆਪਣੇ ਸੋਹਣੇ ਸੋਹਣੇ ਕੱਪੜੇ ਪਾ ਕੇ ਖੇਤੀ ਕਰ ਸਕਦੇ ਹੋ? ਹਰ ਬੰਦੇ ਦੇ ਸਮੇਂ ਦੇ ਹਿਸਾਬ ਦੇ ਨਾਲ ਰੂਪ ਹੁੰਦੇ ਨੇ। ਹੁਣ ਗੱਲ ਚੱਕੀ ਜਾਂਦੀ ਹੈ ਕਿ ਇਹਨਾਂ ਦੀ ਤਾਂ ਮਸਾਜ ਹੋ ਰਹੀ ਹੈ, ਇਹਨਾਂ ਨੂੰ ਤਾਂ ਐਸ਼ੋ ਆਰਾਮ ਕਰ ਰਹੇ ਹੈ, ਔਰ ਸਾਡੇ ਕਾਨੂੰਨ ਜਿਹੜੇ ਹੱਕ 'ਚ ਬਹੁਤ ਹੈ। ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਸ ਬੰਦਿਆਂ ਦੇ ਨਾਲ ਇਹ ਗੱਲ ਕਰ ਰਹੇ ਨੇ, ਜਿਨ੍ਹਾਂ ਪੰਜਾਬ ਦੀ ਜਿਹੜੀ ਆਵਾਮ ਹੈ, ਇਹਨਾਂ ਨੂੰ ਤਾਂ ਇਸ ਚੀਜ਼ ਦੀ ਹੈਬਿਟ ਹੈ। ਨਿੱਕੇ ਹੁੰਦਿਆਂ ਟਰਾਲੀਆਂ 'ਚ ਬਹਿ ਕੇ ਮੇਲੇ ਜਾਣਾ ਗਿੱਝ ਜਾਂਦੇ ਆ। ਸਾਡੇ ਲਈ ਤਾਂ ਕੋਈ ਵੱਡੀ ਗੱਲ ਨਹੀਂ ਟਰਾਲੀਆਂ 'ਚ ਸੌਣਾ। ਤੁਸੀਂ ਵੀ ਗਏ ਹੋਵੋਗੇ, ਮੈਂ ਵੀ ਗਈ ਹਾਂ। ਸ਼੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਤੇ ਜਾਣਾ ਜਾਂ ਵਿਸਾਖੀ ਦੇ ਮੇਲੇ ਤੇ ਜਾਣਾ, 10-10 ਦਿਨ ਟਰਾਲੀਆਂ 'ਚ ਅਸੀਂ ਆਮ ਸੌਂਦੇ ਰਹੇ ਹਾਂ। ਇਹ ਹੰਡੇ ਹੋਏ ਸਰੀਰ ਨੇ, ਇਹਨਾਂ ਨੂੰ ਆਦਤਾਂ ਪਈਆਂ ਹੋਈਆਂ ਨੇ ਇਹਨਾਂ ਚੀਜ਼ਾਂ ਦੀਆਂ, ਇਹਨਾਂ ਦੇ ਲਈ। ਪਰ ਇਹ ਬੇਸ਼ੱਕ ਆਪਾਂ ਤਾਕਤ ਦੀਆਂ ਗੱਲਾਂ ਕਰਦੇ ਹਾਂ, ਹਿੰਮਤ ਦੀਆਂ ਗੱਲਾਂ ਕਰਦੇ ਹਾਂ, ਇਹ ਸਿਰਫ ਉਹੀ ਚੀਜ਼ਾਂ ਕਿਉਂ ਚੱਕਦੇ ਨੇ ਜਿਹੜੀਆਂ ਟੌਰ ਦੇ ਨਾਲ ਸੰਬੰਧਿਤ ਨੇ ਜਾਂ ਵਧੀਆ ਖਾਣ ਦੇ ਨਾਲ ਸੰਬੰਧਿਤ ਨੇ। ਕਿਸਾਨ ਤਾਂ ਬੜੇ ਚਿਰਾਂ ਤੋਂ ਜ਼ਹਿਰ ਵੀ ਖਾ ਕੇ ਆਪਣੀ ਜ਼ਿੰਦਗੀ ਖਤਮ ਕਰ ਰਹੇ ਨੇ। ਜ਼ਹਿਰ ਖਾਣ ਦੀ ਖਬਰ ਦਾ ਤਾਂ ਕੋਈ ਕਾਰਟੂਨ ਨਹੀਂ ਬਣਿਆ। ਇਹ ਉਹੀ ਚੀਜ਼ਾਂ ਕਿਉਂ ਚੱਕਦੇ ਹਨ ਜਿਨ੍ਹਾਂ ਦੇ ਵਿੱਚ ਸਰਕਾਰ ਨੂੰ ਉੱਚਾ ਤੇ ਬਾਕੀ ਜਨਤਾ ਨੂੰ ਨੀਵਾਂ ਦਿਖਾਇਆ ਜਾਵੇ। ਸੋ ਵਾਕਈ ਵਰੁਣ, ਜਿਹੜੇ ਕੁਝ ਕੁ ਜਿਹੜਾ ਤਬਕਾ ਹੈ, ਜਿਹੜਾ ਬੇਸਿਕਲੀ ਕੇਂਦਰ ਪੱਖੀ ਹੈ, ਜਿਹਨੂੰ ਆਪਾਂ ਸੱਜੇ ਪੱਖੀ ਵੀ ਕਹਿ ਦਿੰਦੇ ਆ, ਸੋ ਉਹਨਾਂ ਦੀ ਹੀ ਰਚਾਈ ਹੋਈ ਖੇਡ ਹੈ, ਜੋ ਜਾਣਬੁੱਝ ਕੇ ਬਸ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ ਐਂਡ ਇਸ ਨੂੰ ਥੋੜਾ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਮੈਂ ਗੱਲ ਕਰ ਰਿਹਾ ਸੀਗਾ ਕਿਸਾਨੀ ਅੰਦੋਲਨ ਦੀ, ਮੈਂ ਗੱਲ ਕਰ ਰਿਹਾ ਸੀਗਾ ਵਰੁਣ ਕਿਸਾਨੀ ਅੰਦੋਲਨ ਦੀ। ਹੁਣ ਉਸ ਕਿਸਾਨੀ ਅੰਦੋਲਨ ਤੋਂ ਪਰਸੋਂ ਇੱਕ ਪੱਤਰ ਲਿਖਿਆ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬੈਨ ਮੋਦੀ ਨੂੰ, ਐਂਡ ਬੜੇ ਪਿਆਰ ਦੇ ਨਾਲ ਉੱਥੇ ਬੇਨਤੀ ਕੀਤੀ ਜਾਂਦੀ ਹੈ ਕਿ ਮਾਤਾ ਜੀ, ਇੱਕ ਜਿਹੜੀ ਮਾਂ ਹੁੰਦੀ ਹੈ ਆਪਣੇ ਬੱਚੇ ਦਾ ਨਾ ਕੰਨ ਮਰੋੜ ਕੇ ਵੀ ਉਸ ਤੋਂ ਜਿਹੜਾ ਕਹਿਣਾ ਹੈ ਜਾਂ ਕੋਈ ਵੀ ਗੱਲ ਹੈ ਬਣਾ ਲੈਂਦੀ ਹੈ। ਐਂਡ ਇਸ ਵਕਤ ਜਿਹੜਾ ਕਿਸਾਨ ਹੈ, ਜੋ ਕਿ ਪਿਛਲੇ ਸਦੀਆਂ ਤੋਂ ਇਸ ਤੋਂ ਪਹਿਲਾਂ ਤੋਂ ਸਮੇਂ ਤੋਂ ਅਸੀਂ ਕਹਿ ਸਕਦੇ ਕਿ ਹਾਂ ਵੀ ਲੋਕ ਹਿੱਤ ਲਈ ਕੰਮ ਕਰ ਰਿਹਾ, ਲੋਕਾਂ ਨੂੰ ਅੰਨ ਦੇ ਰਿਹਾ, ਭੁੱਖਿਆਂ ਦਾ ਢਿੱਡ ਭਰ ਰਿਹਾ, ਹਨਾ। ਸੋ ਉਹ ਕਿਸਾਨ ਜੇਕਰ ਅੱਜ ਆਪਣੀਆਂ ਮੰਗਾਂ ਦੇ ਲਈ ਬੈਠਾ ਹੋਇਆ, ਠੀਕ ਹੈ, ਭੁੱਖਾ ਬੈਠਾ ਹੋਇਆ ਵਾ, ਐਨੀ ਠੰਡ ਵਿੱਚ ਬੈਠਾ ਹੋਇਆ, ਤਾਂ ਮਾਤਾ ਜੀ ਤੁਹਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਸਿਰਫ ਤੁਹਾਡੇ ਜਿਹੜੇ ਬੇਟੇ ਨੇ, ਜਿਹੜੇ ਪ੍ਰਧਾਨ ਮੰਤਰੀ ਨੇ, ਉਹਨਾਂ ਦੇ ਇੱਕ ਸਾਈਨ ਜਾਂ ਇੱਕ ਕਹਿਣ ਤੇ ਜਿਹੜੇ ਕਾਨੂੰਨ ਨੇ ਉਹ ਰੱਦ ਹੋ ਸਕਦੇ ਨੇ, ਕਿਉਂਕਿ ਹੁਣ ਤੱਕ 2 ਦਰਜਨ ਤੋਂ ਵੱਧ ਜਿਹੜੇ ਨੇ ਕਿਸਾਨ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ। ਸੋ ਉਹਨਾਂ ਨੇ ਫਿਰ ਬੇਨਤੀ ਕੀਤੀ ਹੈ ਕਿ ਹਾਂ ਬਈ ਹੀਰਾਬੈਨ ਮੋਦੀ ਜੀ, ਹਨਾ, ਤੁਸੀਂ ਪਲੀਜ਼ ਆਪਣੇ ਬੱਚੇ ਨੂੰ ਸਮਝਾਓ, ਆਪਣੇ ਬੇਟੇ ਨੂੰ ਯਾਨੀ ਕਿ ਪ੍ਰਧਾਨ ਮੰਤਰੀ ਨੂੰ ਸਮਝਾਓ। ਲਾਸਟ ਵਿੱਚ ਬੜੀ ਪਿਆਰੀ ਗੱਲ ਕਹੀ ਪਰ ਉਹਨਾਂ ਨੇ ਕਿ ਜੇਕਰ ਇਹੋ ਜਿਹਾ ਹੋ ਜਾਂਦਾ, ਜਿਹੜੇ ਕਾਨੂੰਨ ਨੇ ਉਹ ਰੱਦ ਹੋ ਜਾਂਦੇ ਨੇ, ਇਹਦੇ ਵਿੱਚ ਜਿੱਤ ਨਾ ਕਿਸਾਨਾਂ ਦੀ ਹੋਏਗੀ, ਨਾ ਕਿਸੇ ਦੀ ਹੋਏਗੀ, ਹਾਰ ਨਾ ਇਹਨਾਂ ਦੀ ਕੇਂਦਰ ਦੀ ਹੋਏਗੀ, ਨਾ ਕਿਸੇ ਦੀ ਹੋਏਗੀ, ਬੇਸਿਕਲੀ ਲੋਕਤੰਤਰ ਜਿੱਤੇਗਾ। ਸੋ ਉਹਨਾਂ ਨੇ ਬੜੀ ਨਿਊਟਰਲ ਜੀ ਗੱਲ ਆਖੀ ਹੈ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਹਾਂ ਵੀ ਉਹਨਾਂ ਤੱਕ ਜਿਹੜੀ ਗੱਲ ਹੈ ਕਿਉਂ ਨਹੀਂ ਪੁੱਜੀ, ਕਿਉਂਕਿ ਜਿਹੜਾ ਖੱਤ ਸੀਗਾ ਉਹ ਖੁੱਲਾ ਖੱਤ ਸੀਗਾ, ਖੁੱਲਾ ਲੈਟਰ ਲਿਖਿਆ ਗਿਆ ਸੀਗਾ, ਹਰ ਇੱਕ ਨੇ ਪੜ੍ਹਿਆ, ਹਰ ਇੱਕ ਨੇ ਸੁਣਿਆ, ਹਰ ਇੱਕ ਨੇ ਸਮਝਿਆ, ਪਰ ਫਿਰ ਵੀ ਜਿਹੜੀ ਕੇਂਦਰ ਸਰਕਾਰ ਹੈ ਚੁੱਪੀ ਸਾਦੀ ਹੋਈ ਹੈ। ਮਾਤਾ ਜੀ ਦਾ ਵੀ ਕੋਈ ਹਾਲੇ ਤੱਕ ਕੋਈ ਬਿਆਨ ਜਿਹੜਾ ਹੈ ਸਾਹਮਣੇ ਨਹੀਂ ਆਇਆ। ਸੋ ਮੈਨੂੰ ਲੱਗਦਾ ਕਿ ਕਾਫੀ ਵੱਡੀ ਜਿਹੜੀ ਗੱਲ ਹੈ ਉਸ ਪੱਤਰ ਦੇ ਵਿੱਚ ਬੜੇ ਪਿਆਰ ਦੇ ਅੱਖਰਾਂ ਵਿੱਚ ਸੰਜੋ ਕੇ ਲਿਖੀ ਹੈ,
ਬਾਕੀ ਉਮੀਦ ਇਹੀ ਕਰਦੇ ਆ ਕਿ ਜਲਦੀ ਤੋਂ ਜਲਦੀ ਜਿਹੜਾ ਫੈਸਲਾ ਆਵੇ ਤੇ ਜਿਹੜੇ ਕਿਸਾਨ ਜਿਹੜੇ ਨੇ ਜਿਹੜਾ ਹਜੂਮ ਜਿਹੜਾ ਉੱਥੇ ਇਕੱਠਾ ਹੋਇਆ ਉਹ ਆਪਣੇ ਘਰਾਂ ਨੂੰ ਵਾਪਸ ਪਹੁੰਚਣ। ਕੇਂਦਰ ਸਰਕਾਰ ਜਿਹੜੀ ਹੈ ਮਨ ਕੀ ਬਾਤ ਕਰਦੀ ਹੈ, ਸਿਰਫ ਹੋਰ ਕੋਈ ਬਾਤ ਨਹੀਂ ਕਰਦੀ। ਔਰ ਮਨ ਕੀ ਬਾਤ 'ਚ ਵੀ ਪਤਾ ਨਹੀਂ ਕੀ ਆਪਣੀ ਮਨ ਕੀ ਬਾਤ ਹੁੰਦੀ ਹੈ ਜਨਤਾ ਦੇ ਹਿੱਤ ਦੇ ਲਈ। ਜਦੋਂ ਕਰੋਨਾ ਚੱਲਿਆ ਸੀ ਔਰ ਲੋਕਡਾਊਨ ਲੱਗਣੇ ਸ਼ੁਰੂ ਹੋਏ ਸੀ, ਅਸੀਂ ਹਮੇਸ਼ਾ ਸੋਚਦੇ ਹੁੰਦੇ ਸੀਗੇ ਕਿ ਇਸ ਵਾਰ ਪ੍ਰਧਾਨ ਮੰਤਰੀ ਖਰੇ ਕਿਹੜੇ ਪੈਕੇਜਸ ਦਾ ਐਲਾਨ ਕਰਨਗੇ ਆਪਣੀ ਮਨ ਕੀ ਬਾਤ ਦੇ ਵਿੱਚ, ਖਰੇ ਇਸ ਵਾਰੀ ਕਿਹੜੀਆਂ ਦਵਾਈਆਂ ਦੀ ਗੱਲ ਕਰਨਗੇ ਜਾਂ ਮੈਡੀਕਲ ਫੈਸਿਲਿਟੀਜ਼ ਦੀ ਗੱਲ ਕਰਨਗੇ। ਪਰ ਉਹ ਗੱਲ ਕਰਦੇ ਹੁੰਦੇ ਸੀ ਤਾਲੀਆਂ ਬਜਾ ਲਓ ਭਾਈਓ ਔਰ ਬਹਿਨੋ, ਤਾੜੀਆਂ ਬਜਾ ਲਓ ਭਾਈਓ ਔਰ ਬਹਿਨੋ, ਸਿਰਫ ਇਹੀ ਗੱਲਾਂ ਉਹ ਕਰਦੇ ਹੁੰਦੇ ਸੀਗੇ। ਤੇ ਹੁਣ ਜਦੋਂ ਵੀ ਆਪਾਂ ਇਹ ਵੀ ਤਾਂ ਦੇਖਿਆ, ਜਦੋਂ ਵੀ ਕਿਸੇ ਵਿਦੇਸ਼ੀ ਦੌਰੇ ਤੋਂ ਵਾਪਸ ਆਏ ਨੇ ਜਾਂ ਵਿਦੇਸ਼ੀ ਦੌਰੇ ਤੇ ਜਾ ਰਹੇ ਨੇ, ਕਦੇ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਮੈਂ ਕਿਹਨਾਂ ਟੌਪਿਕਸ ਦੇ ਉੱਤੇ ਜਾ ਕੇ ਵਿਦੇਸ਼ਾਂ ਦੇ ਵਿੱਚ ਗੱਲ ਕਰਾਂਗਾ ਜਾਂ ਉੱਥੋਂ ਆ ਕੇ ਕੀ ਹੋਇਆ। ਉਹ ਸਾਰਾ ਕੁਝ ਕਹਿਣ ਨੂੰ ਤਾਂ ਇਦਾਂ ਲੱਗਦਾ ਕਦੇ ਕਦੇ ਕਿ ਇਹਨਾਂ ਨੂੰ ਆਪ ਨੂੰ ਕੁਝ ਪਤਾ ਹੀ ਨਹੀਂ, ਸਕ੍ਰਿਪਟਡ ਹੁੰਦਾ, ਇਸੇ ਲਈ ਉਹ ਮੀਡੀਆ ਦੇ ਕੋਲ ਆਉਣ ਤੋਂ ਵੀ ਡਰਦੇ ਨੇ। ਤੇ ਜਿਹੜਾ ਇਹਨਾਂ ਦਾ ਗੋਦੀ ਮੀਡੀਆ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਜਦੋਂ ਸਵਾਲ ਪੁੱਛਦਾ ਹੈ कि आप इतना काम करते हो, आप थकते नहीं, आपका मन नहीं करता कि आप भी आराम करो। एक प्रधानमंत्री ਦੇ ਨਾਲ ਤੁਸੀਂ ਇੰਟਰਵਿਊ ਲੈ ਰਹੇ ਹੋ, ਉਹਨੂੰ ਦੇਸ਼ ਦੇ ਕਰੰਟ ਸਿਚੁਏਸ਼ਨਸ ਦੇ ਬਾਰੇ ਕੋਈ ਟੌਪਿਕ ਪੁੱਛੇ ਜਾਣ, ਉਹ ਜਿਹੜੀਆਂ ਨੀਤੀਆਂ ਨਵੀਆਂ ਲਾਗੂ ਕਰ ਰਹੇ ਨੇ ਉਹਨਾਂ ਨੂੰ ਲੈ ਕੇ ਸਵਾਲ ਚੱਕੇ ਜਾਣ। ਹੁਣ ਕਿਸਾਨਾਂ ਦੇ ਮੁੱਦੇ ਤੇ ਅਸੀਂ ਬੋਲਣ ਦੀ ਕੀ ਗੱਲ ਕਰਨੀ ਹੈ? ਪਤਾ ਭਾਈਓ ਔਰ ਬਹਿਨੋ ਇਸਕਾ ਇਹ ਫਾਇਦਾ ਹੋਗਾ। ਹੁਣ ਤਾਂ ਹਾਂ ਨਾ ਦੀ ਆਪਾਂ ਬਾਰ-ਬਾਰ ਸਰਕਾਰ ਸਵਾਲ ਚੁੱਕ ਰਹੀ ਹੈ ਕਿਸਾਨਾਂ ਤੇ ਕਿ ਹਾਂ ਜਾਂ ਨਾ ਦੀ ਤਾਕਤੀ ਕਿਉਂ ਲੈ ਕੇ ਆਉਂਦੇ ਹੋ, ਸਾਡੇ ਨਾਲ ਗੱਲ ਕਰੋ। ਇੱਥੇ ਮੈਂ ਸਪਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਜੇ ਹਾਂ ਨਾ ਦਾ ਸਵਾਲ ਅਸੀਂ ਨਾ ਚੱਕੀਏ, ਤੁਸੀਂ ਤਾਂ ਫੇਰ ਲਾਰੇ ਲੱਪੇ ਲਾ ਕੇ ਅਗਲੀ ਮੀਟਿੰਗ ਰੱਖ ਦੇਣੀ, ਅਗਲੀ ਮੀਟਿੰਗ ਰੱਖ ਦੇਣੀ ਔਰ ਤੁਸੀਂ ਗੱਲ ਇੱਥੇ ਮੁਕਾ ਦੇਣੀ ਕਿ ਆਪਾਂ ਸਾਂਝਾ ਜਾਂ ਕੁਝ ਘੁਆਲਾ ਮਾਲਾ ਕਰ ਲੈਂਦੇ ਆ, ਜੋ ਕਿ ਨਹੀਂ ਹੋਣਾ। ਸੋ ਜਿਹੜੀ ਗੱਲਬਾਤ ਹੈ ਉਹ ਜਾਰੀ ਰਹੇਗੀ। ਫਿਲਹਾਲ ਸਮਾਂ ਹੋ ਚੁੱਕਾ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ ਪ੍ਰੋਗਰਾਮ ਦੇ ਵਿੱਚ। ਤੁਸੀਂ ਵੇਖਦੇ ਰਹੋ ਅਖਬਾਰਨਾਮਾ। ਟਰੱਕਾਂ ਵਾਲੇ ਭਰਾਵਾਂ ਲਈ ਖੁਸ਼ਖਬਰੀ। ਅਮਰੀਕਾ ਦੇ 48 ਸਟੇਟਸ ਵਿੱਚ ਚੱਲਣ ਲਈ IRP ਲਾਇਸੈਂਸ ਪਲੇਟ ਸੇਮ ਡੇ ਲੈਣ ਲਈ ਹਮੇਸ਼ਾ ਯਾਦ ਰੱਖੋ ਕੈਪੀਟਲ ਕਾਊਂਟਿੰਗ ਐਂਡ ਟੈਕਸ ਸਰਵਿਸਿਜ਼। ਹੁਣ ਇਸ ਤੋਂ ਇਲਾਵਾ ਇਹ ਟਰੱਕ ਵਾਲੇ ਭਰਾਵਾਂ ਨੂੰ ਫਿਊਲ ਟੈਕਸ ਰਿਟਰਨਸ, MC, ICC ਅਥਾਰਟੀ, US ਡਾਟ ਨੰਬਰ, UCR ਪਰਮਿਟਸ, BOC 3 ਫਾਈਲਿੰਗ, CA ਨੰਬਰ, MCP, EPN enrollment, BIT enrollment, NM permit, KYU number, New York HUT permit, Oregon permit, Oregon bonds, highway use tax, trailer plates, title transfer, tax exemption ਦੀਆਂ ਸੇਵਾਵਾਂ ਵੀ ਦਿੰਦੇ ਨੇ। ਇਸ ਦੇ ਨਾਲ ਹਰ ਤਰ੍ਹਾਂ ਦੀ ਟੈਕਸ ਸਰਵਿਸ ਤੇ ਪੇਰੋਲ ਸਰਵਿਸਿਜ਼ ਦੇ ਵੀ ਇਹ ਮਾਹਿਰ ਨੇ। ਅੱਜ ਹੀ ਕਾਲ ਕਰੋ ਕੁਲਦੀਪ ਸਿੰਘ ਕੰਗ ਨੂੰ 530 908 9386, 530 908 9386 ਜਾਂ ਫਿਰ ਸੇਵਾ ਸਿੰਘ ਭਿੰਡਰ ਨੂੰ 530 405 6020, 530 405 6020। ਇਹ ਵੁੱਡਲੈਂਡ ਤੇ ਯੂਬਾ ਸਿਟੀ ਤੋਂ ਤੁਹਾਨੂੰ ਸੇਵਾਵਾਂ ਦਿੰਦੇ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਅਖਬਾਰਨਾਮਾ ਦੇ ਵਿੱਚ। ਜੀ ਪਰ ਹੁਣ ਅਸੀਂ ਕਾਫੀ ਗੱਲਬਾਤ ਕਰ ਲਈ ਹੈ ਕਿਸਾਨੀ ਸੰਘਰਸ਼ ਦੇ ਬਾਰੇ। ਹੁਣ ਅਸੀਂ ਵਿਦੇਸ਼ਾਂ ਦੀ ਗੱਲ ਕਰਦੇ ਕਿਉਂਕਿ ਸਾਡਾ ਚੈਨਲ ਹੈ ਨਾ, ਦੇਸ਼ਾਂ ਵਿਦੇਸ਼ਾਂ ਵਿੱਚ ਵੇਖਿਆ ਜਾਂਦਾ। ਸੋ ਹੁਣ ਗੱਲ ਕਰਦੇ ਹਾਂ ਕਰੋਨਾ ਵਾਇਰਸ ਦੀ, ਕਿਉਂਕਿ ਕਰੋਨਾ ਵਾਇਰਸ ਦੇ ਲਈ ਹੁਣ ਇੱਕ ਹੋਰ ਜਿਹੜਾ ਨਵਾਂ ਹਥਿਆਰ ਜਿਹੜਾ ਹੈ ਅਮਰੀਕਾ ਨੇ ਸ਼ੁਰੂ ਕਰ ਦਿੱਤਾ ਹੈ। ਮੈਡੋਰਨਾ ਜਿਹੜੀ ਨਵੀਂ ਵੈਕਸੀਨੇਸ਼ਨ ਹੈ ਉਸ ਦਾ ਐਮਰਜੈਂਸੀ ਜਿਹੜਾ ਯੂਜ਼ ਹੈ ਉਹ ਹੁਣ ਸ਼ੁਰੂ ਹੋ ਚੁੱਕਿਆ। ਸੋ ਅਸੀਂ ਕਹਿ ਸਕਦੇ ਹਾਂ ਕਿ ਹਾਂ ਵੀ ਜਿਹੜੇ ਲੋਕ ਫਾਈਜ਼ਰ ਦੀ ਮੈਡੀਸਨ ਤੋਂ ਕਾਫੀ ਸਾਰੇ ਖੁਸ਼ ਸੀਗੇ, ਹੁਣ ਮੈਡੋਰਨਾ ਦਾ ਨਾਮ ਸੁਣ ਕੇ ਉਹ ਹੋਰ ਖੁਸ਼ ਹੋ ਚੁੱਕੇ ਨੇ, ਕਿਉਂਕਿ ਜਿਹੜੀ ਉਮੀਦ ਦੀ ਕਿਰਨ ਹੈ ਉਹ ਹੁਣ ਮੈਂ ਕਹਿੰਦਾ ਕੱਲੀ ਇੱਕ ਕਿਰਨ ਨਹੀਂ ਹੈ, ਹੁਣ ਕਾਫੀ ਸਾਰੀ ਕਿਰਨਾਂ ਜਿਹੜੀਆਂ ਨੇ ਉਹ ਸਾਹਮਣੇ ਆ ਚੁੱਕੀਆਂ ਨੇ। ਸੋ ਲੋਕਾਂ ਦੀ ਜਿਹੜੀ ਉਮੀਦ ਹੈ ਉਹ ਵੱਧਦੀ ਹੋਈ ਅਸੀਂ ਦੇਖ ਸਕਦੇ ਹਾਂ। ਬਿਲਕੁਲ ਇਹ ਉਮੀਦ ਵਧਣੀ ਵੀ ਚਾਹੀਦੀ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਕਰੋਨਾ ਫੈਲ ਰਿਹਾ ਹੈ ਔਰ ਕੁਝ ਨਵੇਂ ਲੱਛਣ ਜਿਹੜੇ ਆਉਣੇ ਸਾਹਮਣੇ ਸ਼ੁਰੂ ਹੋਏ ਨੇ, ਉਸ ਤੋਂ ਬਾਅਦ ਕਾਫੀ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ। ਓਨਟਾਰੀਓ ਦੇ ਵਿੱਚ ਇੰਨਾ ਵੱਡਾ ਲਾਕਡਾਊਨ ਲੱਗ ਚੁੱਕਿਆ ਹੈ। ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀ ਹੈ ਕਰੋਨਾ ਦੇ ਖਿਲਾਫ ਜੰਗ ਦੁਬਾਰਾ ਸ਼ੁਰੂ ਹੋਈ ਹੈ ਲਾਕਡਾਊਨ ਦੀ, ਔਰ ਬੰਦ ਜਿਹੜਾ ਸਾਰਾ ਕੁਝ ਕਰਨਾ ਪੈ ਰਿਹਾ ਹੈ। ਆਸਟ੍ਰੇਲੀਆ, ਨਿਊਜ਼ੀਲੈਂਡ, ਓਨਟਾਰੀਓ, ਅਮਰੀਕਾ, UK, ਇਹਨਾਂ ਸਾਰੀਆਂ ਕੰਟਰੀਜ਼ ਦੇ ਵਿੱਚ ਕਰੋਨਾ ਦੁਬਾਰਾ ਫੈਲ ਰਿਹਾ ਹੈ ਔਰ ਨਵੇਂ ਲੱਛਣਾਂ ਦੇ ਨਾਲ ਫੈਲ ਰਿਹਾ ਹੈ। ਉਸ ਟਾਈਮ ਜਦੋਂ ਇਦਾਂ ਦੀ ਕੋਈ ਤੁਹਾਡੇ ਕੋਲ ਖਬਰ ਆਉਂਦੀ ਹੈ ਜਾਂ ਅਨਾਉਂਸਮੈਂਟ ਆਉਂਦੀ ਹੈ ਕਿ ਨਵੀਂ ਮੈਡੀਸਨ ਆ ਰਹੀ ਹੈ, ਇਹ ਇੱਕ ਬਹੁਤ ਵੱਡੀ ਰਾਹਤ ਦੀ ਖਬਰ ਹੁੰਦੀ ਹੈ। ਘਰੇ ਬੈਠਾ ਬੰਦਾ ਵੀ ਜਿਹੜਾ ਅੰਦਰ ਡਰ ਰਿਹਾ ਹੁੰਦਾ, ਉਹਦੇ ਚਿਹਰੇ ਤੇ ਵੀ ਖੁਸ਼ੀ ਆ ਜਾਂਦੀ ਹੈ, ਉਸਦੇ ਦਿਲ ਨੂੰ ਤਸੱਲੀ ਹੋ ਜਾਂਦੀ ਹੈ ਕਿ ਕੁਝ ਅਜਿਹੀ ਮੈਡੀਸਨਸ ਆ ਰਹੀਆਂ ਨੇ ਜੋ ਵਾਕਈ ਸਾਨੂੰ ਫਾਇਦਾ ਦੇਣਗੀਆਂ ਔਰ ਕਰੋਨਾ ਕਾਰਨ ਹੁੰਦੇ ਬਿਜ਼ਨਸ ਲਾਸ ਔਰ ਹਿਊਮਨ ਲਾਸ ਜਿਹੜੇ ਹੋ ਰਹੇ ਨੇ ਉਹਨਾਂ ਦੇ ਵਿੱਚ ਰਾਹਤ ਮਿਲੇਗੀ। ਜੀ
ਵਰੁਣ ਤੁਸੀਂ ਗੱਲ ਕੀਤੀ ਯੂਕੇ ਦੀ, ਤਾਂ ਗੱਲ ਦੱਸਦੀ ਹੈ ਕਿ ਯੂਕੇ ਤੋਂ ਇੱਕ ਜਿਹੜੀ ਖਬਰ ਹੈ ਉਹ ਸਾਹਮਣੇ ਆ ਰਹੀ ਹੈ ਕਿ ਯੂਕੇ ਦੇ ਵਿੱਚ ਜਿਹੜੇ ਕਰੋਨਾ ਵਾਇਰਸ ਦੇ ਜਿਹੜੇ ਕੇਸ ਨੇ, ਜਿਹੜੀ ਇੱਕ ਨਵੀਂ ਲਹਿਰ ਹੈ ਉਹ ਬੜੀ ਭਿਆਨਕ ਜਿਹੜੀ ਲਹਿਰ ਹੈ ਉਹ ਸ਼ੁਰੂ ਹੋ ਚੁੱਕੀ ਹੈ ਐਂਡ ਅੱਗੇ ਨਾਲੋਂ ਜ਼ਿਆਦਾ ਰਫ਼ਤਾਰ ਦੇ ਨਾਲ ਜਿਹੜੇ ਨਵੇਂ ਉਹਦੇ ਕੇਸ ਨੇ ਕਰੋਨਾ ਵਾਇਰਸ ਦੇ, ਇੱਕ ਨਵਾਂ ਤੁਸੀਂ ਕਹਿ ਸਕਦੇ ਹੋ ਕਿ ਉਸਦਾ ਅਪਡੇਸ਼ਨ ਜਿਹੜੀ ਹੈ ਨਾ, ਅਪਡੇਟਡ ਜਿਹੜਾ ਵਾਇਰਸ ਹੈ ਉਹ ਸ਼ੁਰੂ ਹੋ ਚੁੱਕਾ, ਜਿਸ ਕਰਕੇ ਕਾਫੀ ਸਾਰੇ ਜਿਹੜੇ ਦੇਸ਼ਾਂ ਨੇ ਯੂਕੇ ਦੇ ਨਾਲ ਜਿਹੜੇ ਆਪਣੇ ਆਉਣਾ ਜਾਣਾ ਸੀਗਾ, ਜਿਹੜੇ ਫਲਾਈਟ ਸੀਗੇ ਉਸ ਨੂੰ ਬੰਦ ਕਰ ਦਿੱਤਾ ਐਂਡ ਭਾਰਤ ਸਰਕਾਰ ਨੂੰ ਵੀ ਇਹੀ ਰਿਕੁਐਸਟ ਕੀਤੀ ਜਾ ਰਹੀ ਹੈ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਵੱਲੋਂ ਕਿ ਹਾਂ ਵੀ ਉਹ ਵੀ ਜਿਹੜਾ ਯੂਕੇ ਦਾ ਜਿਹੜਾ ਆਉਣਾ ਜਾਣਾ ਹੈ ਉਹ ਬੰਦ ਕਰ ਦੇਣ, ਕਿਉਂਕਿ ਕਾਫੀ ਸਾਰੇ ਮੁਲਕ ਜਿਹੜੇ ਨੇ ਉਹ ਆਲਰੇਡੀ ਬੰਦ ਕਰ ਚੁੱਕੇ ਨੇ। ਸੋ ਜਿੱਥੇ ਅਸੀਂ ਹੁਣੇ ਗੱਲ ਕੀਤੀ ਖੁਸ਼ੀ ਦੀ ਕਿ ਹਾਂ ਵੀ ਜਿਹੜੀ ਨਵੀਂ ਮੈਡੀਸਿਨ ਹੈ ਉਹ ਸਾਹਮਣੇ ਆ ਚੁੱਕੀ ਹੈ, ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਜਿਹੜੀ ਉਮੀਦ ਦੀ ਕਿਰਨ ਹੈ ਉਹ ਜਗ ਚੁੱਕੀ ਹੈ। ਸੇਮ ਟਾਈਮ ਤੇ ਇੱਕ ਨਵੀਂ ਜਿਹੜੀ ਮੈਂ ਕਹਿੰਦਾ ਸੋਚ, ਸੇਮ ਟਾਈਮ ਤੇ ਮੈਂ ਕਹਾਂਗਾ ਕਿ ਨਵੀਂ ਜਿਹੜੀ ਸੋਚ ਹੈ, ਨਵੀਂ ਜਿਹੜੀ ਟੈਨਸ਼ਨ ਹੈ ਉਹ ਯੂਕੇ ਤੋਂ ਸਾਹਮਣੇ ਆ ਰਹੀ ਹੈ, ਕਿਉਂਕਿ ਪੂਰੇ ਵਰਲਡ ਦਾ ਇਸ ਟਾਈਮ ਕੰਸਰਨ ਇਹੀ ਹੈ ਕਿ ਯੂਕੇ ਵਿੱਚ ਜੋ ਚੱਲ ਰਿਹਾ ਉਹ ਉਸ ਕੰਟਰੀ ਤੱਕ ਸੀਮਤ ਰਹੇ ਐਂਡ ਇਵਨ ਉੱਥੇ ਵੀ ਜਿਹੜਾ ਹੈ ਜਲਦੀ ਤੋਂ ਜਲਦੀ ਜਿਹੜਾ ਸੋਲਵ ਹੈ ਹੋ ਸਕੇ, ਤਾਂ ਜੋ ਜਿਹੜਾ ਲੋਕ ਨੁਕਸਾਨ ਜਿਹੜਾ ਹੋ ਰਿਹਾ ਕਾਫੀ ਲੰਬੇ ਸਮੇਂ ਤੋਂ ਉਹ ਹੋਣਾ ਬੰਦ ਹੋਵੇ ਐਂਡ ਸਾਰੇ ਜਿਹੜੇ ਨੇ ਇਸ ਵਕਤ ਕਰੋਨਾ ਤੋਂ ਮੈਂ ਕਹਿੰਦਾ ਮੁਕਤ ਹੋ ਜਾਣ। ਸੋ ਜਿਹੜਾ ਕੰਸਰਨ ਨੇ ਲੋਕੀ ਜਿਹੜਾ ਨੇ, ਕਿਉਂਕਿ ਭਾਰਤ ਵਿੱਚ ਵੀ ਲੋਕੀ ਸੋਚ ਰਹੇ ਨੇ ਕਿ ਹਾਂ ਵੀ ਯੂਕੇ ਜੇ ਉਹਨਾਂ ਦੇ ਕੋਈ ਦੋਸਤ ਰਿਲੇਟਿਵ ਵਸਦੇ ਨੇ ਤਾਂ ਉਹ ਠੀਕ ਰਹਿਣ। ਜੀ ਬਿਲਕੁਲ, ਅੱਗੇ ਵੀ ਪਹਿਲਾਂ ਇੱਦਾਂ ਹੋਇਆ ਸੀਗਾ ਕਿ ਟਾਈਮ ਦੇ ਨਾਲ ਜਿਹੜੀਆਂ ਫਲਾਈਟਸ ਆ ਉਹ ਨਹੀਂ ਰੋਕੀਆਂ ਗਈਆਂ, ਟਾਈਮ ਦੇ ਨਾਲ ਰੋਕ ਨਹੀਂ ਲਾਈ ਗਈ। ਜਦੋਂ ਚੀਨ ਦੇ ਵੁਹਾਨ ਸ਼ਹਿਰ ਤੋਂ ਇਹ ਬਿਮਾਰੀ ਸਾਰਿਆਂ ਦੇ ਸਾਹਮਣੇ ਆਈ ਸੀ, ਉਸ ਵਕਤ ਆਪਾਂ ਸਾਰੇ ਕਹਿੰਦੇ ਸੀ ਜੇ ਰੋਕ ਲੱਗ ਜਾਂਦੀ ਤਾਂ ਨਾ ਫੈਲਦਾ। ਫਿਰ ਇਹ ਵੀ ਗੱਲਾਂ ਸਾਹਮਣੇ ਆਈਆਂ ਸੀਗੀਆਂ ਕਿ ਬਹੁਤੀ ਜਾਣਕਾਰੀ ਨਹੀਂ ਸੀ ਇਹਨਾਂ ਚੀਜ਼ਾਂ ਦੇ ਬਾਰੇ, ਪਰ ਫਿਲਹਾਲ ਹੁਣ ਪਤਾ ਹੈ ਸਾਰਿਆਂ ਨੂੰ ਕਿ ਬਿਮਾਰੀ ਕਿਸ ਤਰੀਕੇ ਦੇ ਨਾਲ ਫੈਲਦੀ ਹੈ ਔਰ ਕੀ ਇਹਦੇ ਟ੍ਰੀਟਮੈਂਟ ਨੇ, ਕੀ ਇਹਦੇ ਟ੍ਰੀਟਮੈਂਟ ਨਹੀਂ ਹੈਗੇ। ਸਾਰੇ ਕਾਰਨ ਆਮ ਹਰ ਜਨਤਾ ਨੂੰ ਇਸ ਚੀਜ਼ ਬਾਰੇ ਪਤਾ ਹੈ, ਤੇ ਇਸ ਲਈ ਜ਼ਰੂਰੀ ਹੈ ਕਿ ਜੇ ਹੁਣੇ ਯੂਕੇ ਦੇ ਵਿੱਚ ਭਿਆਨਕ ਰੂਪ ਲੈ ਰਹੀ ਹੈ, ਇਸ ਨੂੰ ਹੁਣੇ ਹੀ ਠੱਲ ਪਾਈ ਜਾਵੇ ਔਰ ਜਿੰਨੀਆਂ ਫਲਾਈਟਸ ਵਗੈਰਾ ਨੇ ਜਾਂ ਬਾਹਰ ਕੋਈ ਰਿਲੇਟਿਵਸ ਨੇ, ਜਿੱਦਾਂ ਤੁਸੀਂ ਗੱਲ ਕੀਤੀ ਆ, ਉਹਨਾਂ ਨੂੰ ਇਸ ਪ੍ਰਤੀ ਸੁਚੇਤ ਰਹਿਣ ਦੀ ਸਖਤ ਜ਼ਰੂਰਤ ਹੈ ਕਿ ਬਾਹਰ ਬਹੁਤਾ ਨਾ ਜਾਣ ਔਰ ਜੇ ਉਹਨਾਂ ਨੂੰ ਟਰੈਵਲਿੰਗ ਕਰਨੀ ਹੈ ਕਿਸੇ ਹੋਰ ਕੰਟਰੀ ਉਨੀ ਦੇਰ ਤੱਕ ਫਿਲਹਾਲ ਉਹਨਾਂ ਨੂੰ ਟਾਲ ਦੇਣ। ਜੇ ਵੈਰੀ ਅਰਜੈਂਟ ਹੈ ਨਹੀਂ ਤਾਂ ਉਸ ਨੂੰ ਟਾਲਿਆ ਜਾਵੇ। ਕ੍ਰਿਸਮਸ ਆ ਰਹੀ ਹੈ, ਨਿਊ ਈਅਰ ਆ ਰਿਹਾ ਹੈ, ਉਹ ਸਾਰੀਆਂ ਖੁਸ਼ੀਆਂ ਨੂੰ ਆਪਣੇ ਘਰੇ ਹੀ ਸੈਲੀਬ੍ਰੇਟ ਕੀਤਾ ਜਾਵੇ, ਇਹ ਬਹੁਤ ਜ਼ਰੂਰੀ ਹੈ ਇਸ ਵਕਤ। ਸੋ ਪ੍ਰੋਗਰਾਮ 'ਚ ਜਾਂਦੇ ਜਾਂਦੇ ਇੱਕ ਲਾਸਟ ਗੱਲ ਕਰੀਏ, ਗੱਲ ਤਾਂ ਫੇਰ ਕਿਸਾਨੀ ਸੰਘਰਸ਼ ਬਾਰੇ ਕਰਾਂਗੇ। ਤੁਹਾਨੂੰ ਦੱਸ ਦਈਏ ਦੋਸਤੋ ਕਿ ਜਿਵੇਂ ਇੰਡੀਆ ਦੇ ਵਿੱਚ, ਦਿੱਲੀ ਦੇ ਵਿੱਚ ਜਿਹੜੇ ਕਿਸਾਨੀ ਸੰਘਰਸ਼ ਦਾ 26ਵਾਂ ਦਿਨ ਚੱਲ ਰਿਹਾ, ਐਦਾਂ ਹੀ ਅਲੱਗ-ਅਲੱਗ ਕੰਟਰੀਜ਼ ਵਿੱਚ ਜਿਹੜੇ ਨੇ, ਜਿਹੜਾ ਪੰਜਾਬੀ ਭਾਈਚਾਰਾ ਹੈ, ਜਿਹੜਾ ਸਾਡਾ ਭਾਰਤੀ ਭਾਈਚਾਰਾ ਹੈ ਜੋ ਲੋਕਤੰਤਰ ਨੂੰ ਪਿਆਰ ਕਰਦਾ ਹੈ, ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਚੁੱਕ ਰਿਹਾ, ਉੱਥੇ ਵੀ ਲਗਾਤਾਰ ਜਿਹੜਾ ਧਰਨਾ ਹੈ ਚੱਲ ਰਿਹਾ। ਗੱਲ ਕਰੀਏ ਅਮਰੀਕਾ ਦੇ ਵਿੱਚ ਤਾਂ ਵਰੁਣ, ਅਮਰੀਕਾ ਦੇ ਵਿੱਚ ਲਗਾਤਾਰ ਜਿਹੜੀ ਵੱਡੀ ਤੋਂ ਵੱਡੀ ਜਿਹੜੀ ਕਾਰ ਰੈਲੀ ਹੈ, ਬਾਈਕ ਰੈਲੀ ਹੈ, ਉਹ ਹੋ ਰਹੀਆਂ ਨੇ ਐਂਡ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਜਾ ਰਹੀ ਹੈ। ਸੋ ਉਹਦਾ ਜਿਹੜਾ ਉੱਥੋਂ ਦਾ ਜਿਹੜਾ ਕਾਫੀ ਵੱਡਾ ਜਿਹੜਾ ਮੀਡੀਆ ਹੈ ਜੋ ਕਿ ਬਿਲਕੁਲ ਵਧੀਆ ਰੋਲ ਜਿਹੜਾ ਹੈ ਅਦਾ ਕਰਦਾ ਹੈ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ, ਸੋ ਦੈਟ ਉੱਥੋਂ ਦੀ ਕਵਰੇਜ ਹੋਵੇ ਤੇ ਭਾਰਤ ਉੱਪਰ ਵੱਧ ਤੋਂ ਵੱਧ ਜਿਹੜਾ ਪ੍ਰੈਸ਼ਰ ਹੈ ਉਹ ਪਵੇ ਐਂਡ ਭਾਰਤ ਸਰਕਾਰ ਜਿਹੜਾ ਹੈ ਉਹ ਜਲਦੀ ਤੋਂ ਜਲਦੀ ਇੱਕ ਚੰਗਾ ਫੈਸਲਾ ਲਵੇ। ਜੀ NRI ਜਿਹੜੇ ਸਾਡੇ ਹਨ ਉਹ ਵਾਕਈ ਹੈ ਨਾ, ਕਹਿੰਦੇ ਨਾ ਨਿੱਕੇ ਹੁੰਦਿਆਂ ਜਾਂ ਆਪਾਂ ਉਦਾਂ ਵੀ ਕਹਿੰਦੇ ਹੁੰਦੇ ਆ ਕਿ ਮੇਰਾ ਤਾਇਆ ਬਾਹਰ ਰਹਿੰਦਾ, ਸਾਡੇ ਤਾਇਆ ਚਾਚਿਆਂ ਵਰਗੇ ਨੇ ਉਹ, ਕਿ ਜਿਨ੍ਹਾਂ ਨੂੰ ਹੌਸਲਾ ਹੈਗਾ ਕਿ ਪੰਜਾਬ 'ਚ ਸਾਡੇ ਚਾਚੇ ਤਾਏ ਵਸਦੇ ਨੇ, ਸਾਨੂੰ ਹੌਸਲਾ ਹੈ ਕਿ ਸਾਡੇ ਬਾਹਰਲੇ ਦੇਸ਼ਾਂ 'ਚ ਸਾਡੇ ਚਾਚੇ ਤਾਏ ਵਸਦੇ ਨੇ। ਇੱਕ ਰਿਸ਼ਤਾ ਪਿਆਰ ਦਾ ਰਿਸ਼ਤਾ ਹੈ ਔਰ ਜਦੋਂ ਇੱਥੇ ਹੋ ਰਹੀਆਂ ਨਾ ਇਨਸਾਫੀਆਂ ਦੇ ਖਿਲਾਫ ਉਹ ਬਾਹਰਲੇ ਦੇਸ਼ਾਂ ਦੇ ਵਿੱਚ, ਮੁਲਕਾਂ ਦੇ ਵਿੱਚ ਆਵਾਜ਼ ਚੁੱਕਦੇ ਨੇ, ਬਾਕੀ ਗਰਵ ਦੇ ਨਾਲ, ਮਤਲਬ ਕਿ ਬੰਦੇ ਦੇ ਖੁਸ਼ ਹੋ ਜਾਂਦਾ, ਕਹਿੰਦੇ ਨਾ ਪੰਜਾਬੀ ਸੀਨਾ ਚੌੜਾ ਹੋ ਜਾਣਾ, ਉਹ ਹੁੰਦਾ ਹੈ ਕਿ ਹਾਂ ਸਾਡੇ ਨਾਲ ਅੱਜ ਵੀ ਉਹ ਖੜੇ ਨੇ ਔਰ ਉਹਨਾਂ ਦੇ ਪਿਆਰ ਸਦਕਾ ਦੇਖੋ ਬਹੁਤ ਸਾਰਾ ਦਬਾਅ ਜਿਹੜਾ ਭਾਰਤ ਸਰਕਾਰ ਤੇ ਪਿਆ, ਕਿਉਂਕਿ ਉਹ ਬਾਹਰਲੇ ਦੇਸ਼ਾਂ 'ਚ ਆਵਾਜ਼ ਚੱਕੀ, ਉਹਨਾਂ ਨੇ ਰੈਲੀਆਂ ਕੱਢੀਆਂ, ਚਾਹੇ ਕੋਈ ਵੀ ਦੇਸ਼ ਹੋਵੇ, ਅਮਰੀਕਾ ਹੋਵੇ, ਨਿਊਜ਼ੀਲੈਂਡ ਹੋਵੇ, ਕੈਨੇਡਾ ਹੋਵੇ, ਆਸਟ੍ਰੇਲੀਆ ਹੋਵੇ, ਇਹਨਾਂ ਸਾਰਿਆਂ ਮੁਲਕਾਂ ਦੇ ਵਿੱਚ ਆਵਾਜ਼ ਚੱਕੀ ਜਾ ਰਹੀ ਹੈ ਕਿਸਾਨਾਂ ਦੇ ਹੱਕ 'ਚ। ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਔਰ ਉਹਨਾਂ ਤੋਂ ਇਸੇ ਪਿਆਰ ਦੀ ਜਿਹੜੀ ਉਮੀਦ ਹੈ ਉਹ ਬਰਕਰਾਰ ਵੀ ਰੱਖਦੇ ਹਾਂ। ਉਹਨਾਂ ਦੇ ਪਿਆਰ ਤੇ ਹੌਸਲੇ ਸਦਕਾ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਔਰ ਹਿੰਮਤ ਵੀ ਮਿਲ ਰਹੀ ਹੈ ਕਿ ਉਹ ਸਾਡੇ ਨਾਲ ਖੜੇ ਨੇ। ਉਹਨਾਂ ਦਾ ਨਾਲ ਖੜਨਾ ਸਾਡੇ ਲਈ ਬਹੁਤ ਵੱਡੀ ਚੀਜ਼ ਹੈ, ਪਰ ਫਿਲਹਾਲ ਸਮੇਂ ਤੋਂ ਵੱਡਾ ਕੋਈ ਨਹੀਂ ਹੁੰਦਾ। ਪ੍ਰੋਗਰਾਮ ਅਖਬਾਰਨਾਮਾ ਆਪਾਂ ਨੂੰ ਇੱਥੇ ਹੀ ਖਤਮ ਕਰਨਾ ਪਏਗਾ। ਮੈਨੂੰ ਵਰੁਣ ਕੌਰ ਮਾਨ ਨੂੰ ਤੇ ਮੈਨੂੰ ਮੋਹਿਤ ਰੂਬਲ ਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ।